ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਸਤਿਗੁਰੂ ਮਿਹਰ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ, ਆਪ ਵਿੱਚ ਵਰਤ ਕੇ ਸਤਿਗੁਰੂ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਸਖਣੀ ਨਾ ਰਹੇ। ਦੋਵੇਂ ਹੱਥ ਜੋੜ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਕਬਹੀ ਚੱਲ ਨਾ ਆਇਆ, ਪੰਜੇ ਵਖਤ ਮਸੀਤ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਸ਼ੇਖ ਫਰੀਦ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1381 ਦੇ ਉੱਪਰ ਸੁਭਾਇਮਾਨ ਹੈ। ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ 69 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਜਿਨ੍ਹਾਂ ਤਿੰਨੋਂ ਸ਼ਲੋਕਾਂ ਦੇ ਵਿੱਚ ਬਾਬਾ ਫਰੀਦ ਜੀ ਨੇ ਅੱਜ ਸਾਨੂੰ ਰੱਬੀ ਯਾਦ ਵਿੱਚ ਜੁੜਨ ਦੇ ਲਈ ਪ੍ਰੇਰਿਤ ਕੀਤਾ ਕਿ ਭਾਈ ਤੈਨੂੰ ਇਹ ਮਨੁੱਖਾ ਜਨਮ, ਮਨੁੱਖਾ ਜੀਵਨ ਜਿਹੜਾ ਉਸ ਅਕਾਲ ਪੁਰਖ ਦੀ ਇੱਕ ਬੜੀ ਵੱਡੀ ਦੇਣ ਹੈ। ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਸੀ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ।
ਬੜਾ ਕੀਮਤੀ ਜੀਵਨ ਹੈ ਤੇ ਇਸ ਕੀਮਤੀ ਜੀਵਨ ਦੇ ਪ੍ਰਤੀ ਇਨਸਾਨ ਅਵੇਸਲਾ ਬਹੁਤ ਹੈ ਇਹ ਕੀਮਤੀ, ਪਰ ਇਸ ਕੀਮਤੀ ਜੀਵਨ ਦੇ ਪ੍ਰਤੀ ਜੋ ਇਸ ਇਨਸਾਨ ਦਾ ਰਿਸਪੌਂਸ ਹੈ ਉਹ ਬੜਾ ਅਵੇਸਲਾ ਜਿਹਾ, ਤੇ ਉਹਦੇ ਪ੍ਰਤੀ ਵੀ ਸਤਿਗੁਰੂ ਜੀ ਨੇ ਬਾਣੀ ਚ ਆਖਿਆ ਸੀ ਵੀ ਆਹ ਇਨਸਾਨ ਦੀ ਜਿਹੜੀ ਇਹਦੇ ਪ੍ਰਤੀ ਭਾਵਨਾ ਹੈ, ਇਸ ਜੀਵਨ ਨੂੰ ਲੈ ਕੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੀਵਨ ਦੁਲੰਭ ਹੈ, ਪਰ ਇਨਸਾਨ ਦੀ ਜੋ ਹਾਲਾਤ ਹੈ ਉਹ ਇਸ ਤਰ੍ਹਾਂ ਦੀ ਵੀ ਇਹਨੂੰ ਇਸ ਦੁਰਲੱਭ ਵਸਤੂ ਦੀ ਸਮਝ ਨਹੀਂ ਲੱਗੀ, ਇਹ ਵਿਚਾਰ ਨਹੀਂ ਸਕਿਆ। ਤੇ ਬਾਬਾ ਫਰੀਦ ਜੀ ਨੇ ਅੱਜ ਇਸ ਮਾਨਸ ਜਨਮ ਨੂੰ ਨਾ, ਜਿਹੜੀ ਰੱਬੀ ਦਾਤ ਹੈ, ਰੱਬੀ ਦੇਣ ਹੈ, ਇਹਦੇ ਵਿੱਚ ਸਾਨੂੰ ਰੱਬ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ, ਸਾਨੂੰ ਪ੍ਰੇਰਿਤ ਕੀਤਾ, ਭਾਈ ਇਹ ਜੀਵਨ ਬੜਾ ਦੁਰਲੱਭ ਹੈ, ਇਸ ਲਈ ਤੂੰ ਇਉਂ ਕਰ, ਇਹਦਾ ਲਾਹਾ ਖੱਟ, ਇਹਦਾ ਲਾਭ ਕਮਾ। ਫਿਰ ਉਹਨਾਂ ਦੱਸਿਆ ਵੀ ਇਹਦੇ ਹਾਲਾਤ ਕਿੱਦਾਂ ਦੇ ਨੇ, ਇਹ ਕਿਸ ਤਰ੍ਹਾਂ ਦਾ ਜੀਵਨ ਆਪਣਾ ਬਸਰ ਪਿਆ ਕਰਦਾ ਹੈ, ਕਿੱਦਾਂ ਦਾ ਜੀਵਨ ਵਿਅਤੀਤ ਪਿਆ ਕਰਦਾ ਹੈ। ਬਾਬਾ ਫਰੀਦ ਜੀ ਨੇ ਸ਼ੁਰੂਆਤ ਕੀਤੀ, ਕਹਿੰਦੇ ਫਰੀਦਾ ਬੇਨਿਵਾਜਾ ਕੁੱਤਿਆ। ਥੋੜਾ ਜਿਹਾ ਇੱਥੋਂ ਤਵੱਜੋਂ ਦੇ ਕੇ ਸਮਝਿਓ, ਕਿਉਂਕਿ ਜਿਹੜਾ ਆ ਲਫ਼ਜ਼ ਵਰਤਿਆ ਨਾ ਬਾਬਾ ਫਰੀਦ ਜੀ ਨੇ ਕੁੱਤਿਆ, ਇਹ ਇੱਕ ਪਰਸਨ ਲਈ ਨਹੀਂ ਹੈ, ਇਹ ਬਹੁ ਵਚਨ ਲਈ ਹੈ, ਇੱਕ ਵਚਨ ਨਹੀਂ ਹੈ। ਜਿਵੇਂ ਆਪਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਆ ਨਾ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁੱਲਿਆ ਤੇ ਤੇਰੇ ਗੁਣ ਗਲ ਗਏ। ਉੱਥੇ ਇੱਕ ਵਚਨ ਨਹੀਂ ਹੈ, ਉੱਥੇ ਬਹੁ ਵਚਨ ਹੈ, ਗਲੇ ਆ, ਗਲ ਗਏ ਨੇ। ਇਦਾਂ ਹੀ ਕੁੱਤੇ ਆ ਜਿਹੜੇ ਬੇਨਿਵਾਜੇ ਨੇ, ਉਹਨਾਂ ਦਾ ਜੀਵਨ ਇਦਾਂ ਦਾ ਹੈ, ਇੱਕ ਪਰਸਨ ਦੀ ਗੱਲ ਨਹੀਂ ਹੈ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਇਹ ਰੀਤ ਠੀਕ ਨਹੀਂ ਹੈ, ਇਹ ਭਲੀ ਨਹੀਂ ਹੈ। ਕਿਉਂ ਕਦੇ ਹੀ ਚੱਲ ਨਾ ਆਇਆ, ਇੱਕ ਦਾ ਦਿਨ ਮੰਨਿਆ ਭਾਈ ਤੇਰੇ ਤੋਂ ਨਹੀਂ ਆ ਹੋਇਆ, ਉਹ ਬਾਤ ਵੱਖਰੀ ਹੈ। ਕੋਈ ਤੈਨੂੰ ਕੰਮ ਪੈ ਗਿਆ ਜਾਂ ਕੋਈ ਇੰਨਾ ਅਰਜੈਂਟਲੀ ਤੂੰ ਬਿਜ਼ੀ ਇੰਨਾ ਹੋ ਗਿਆ ਵੀ ਮੰਨ ਲਿਆ ਤੇਰੇ ਕੋਲੋਂ ਨਹੀਂ ਆ ਹੋਇਆ, ਤੇ ਉਹ ਕਿਤੇ ਨਾ ਕਿਤੇ ਗੱਲ ਸਮਝ ਵਿੱਚ ਆਉਂਦੀ ਹੈ, ਕਹਿੰਦੇ ਤੂੰ ਤੇ ਕਦੇ ਵੀ ਨਹੀਂ ਚੱਲ ਕੇ ਆਇਆ। ਜਾਂ ਤੇ ਆਪਾਂ ਇਹ ਮੰਨੀਏ ਵੀ ਤੂੰ ਨਿਤਾ ਪ੍ਰਤੀ ਬੜਾ ਨਿਵਾਜ਼ੀ ਹੈ, ਬੜਾ ਨੇਮੀ ਹੈ। ਹੁਣ ਇੱਥੇ ਕੱਲੀ ਬਾਬਾ ਫਰੀਦ ਜੀ ਨੇ ਜਿਹੜੇ ਲਫ਼ਜ਼ ਵਰਤੇ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਪਰ ਖਿਆਲ ਕਰਿਓ ਕੱਲੇ ਇਸਲਾਮ ਧਰਮ ਦੀ ਬਾਤ ਨਹੀਂ ਹੈ, ਸਾਡੀ ਬਾਤ ਵੀ ਨਾਲ ਹੀ ਹੈ। ਹੁਣ ਉਹ ਕਹਿੰਦੇ ਵੀ ਤੂੰ ਕਦੇ ਚੱਲ ਕੇ ਆਇਆ ਹੀ ਨਹੀਂ ਧਰਮ ਸਥਾਨ ਤੇ, ਮਸਜਿਦ ਤੇ ਕਦੇ ਚੱਲ ਕੇ ਗਿਆ ਹੀ ਨਹੀਂ, ਤੂੰ 5 ਨਮਾਜ਼ਾਂ ਅਦਾ ਕਰਨ ਦੇ ਲਈ, ਆਪਣੇ ਨੇਮ ਨੂੰ ਨਿਭਾਉਣ ਦੇ ਲਈ ਤੂੰ ਕਦੇ ਚੱਲ ਕੇ ਗਿਆ ਹੀ ਨਹੀਂ। ਇਹ ਨਾ ਭਲੀ ਰੀਤ, ਇਹ ਰੀਤ ਤੇਰੇ ਲਈ ਠੀਕ ਨਹੀਂ ਹੈ, ਇਹ ਰੀਤ ਤੇਰੇ ਲਈ ਭਲੀ ਨਹੀਂ ਹੈ, ਇਹ ਰੀਤ ਤੇਰੇ ਲਈ ਚੰਗੀ ਨਹੀਂ ਹੈ। ਭਾਈ ਤੂੰ ਇਉਂ ਕਰਿਆ ਕਰ, ਕਿਤੇ ਉਸ ਅਕਾਲ ਪੁਰਖ ਦੇ ਚਿੰਤਨ, ਉਹਦੀ ਯਾਦ ਵਿੱਚ ਜੁੜਤੇ ਸਹੀ, ਕਿਉਂਕਿ ਤੂੰ ਆਮ ਕਰਕੇ ਜਦੋਂ ਆਪਾਂ ਪੜ੍ਹਦੇ ਹਾਂ ਨਾ, ਅਲੱਗ-ਅਲੱਗ ਧਰਮਾਂ ਦੀ ਜਦੋਂ ਗੱਲ ਕਰਾਂਗੇ ਤੇ ਹਰ ਧਰਮ ਦੇ ਵਿੱਚ ਅਕਾਲ ਪੁਰਖ ਦੀ ਪੂਜਾ ਪ੍ਰਤਿਸ਼ਠਾ ਦਾ ਵਿਧਾਨ ਅਲੱਗ-ਅਲੱਗ ਹੈ। ਹਰ ਧਰਮ ਵੱਖਰੇ ਤਰੀਕੇ ਦੇ ਨਾਲ ਰੱਬ ਨੂੰ ਚੇਤੇ ਕਰਦਾ, ਤੇ ਉਹਨਾਂ ਦੇ ਧਰਮ ਦੇ ਨਿਯਮ ਵੀ ਵੱਖਰੇ ਵੱਖਰੇ ਨੇ ਹਰ ਧਰਮ ਦੇ। ਜਿਵੇਂ ਆਪਾਂ ਆਪਣੇ ਧਰਮ ਦੀ ਗੱਲ ਕਰਾਂਗੇ ਤੇ ਸਾਡੇ ਧਰਮ ਵਿੱਚ ਜਦੋਂ ਅਸੀਂ ਧਰਮ ਦੀ ਕਮਾਉਣ ਦੀ ਬਾਤ ਕਰਦੇ ਹਾਂ ਤੇ ਸਾਡੇ ਸਾਹਮਣੇ ਸਭ ਤੋਂ ਪਹਿਲੀ ਕੰਡੀਸ਼ਨ ਆਉਂਦੀ ਅੰਮ੍ਰਿਤ ਵੇਲੇ ਦੀ ਸੰਭਾਲ ਦੀ, ਉਹਨੂੰ ਸੰਭਾਲਣਾ। ਇਦਾਂ ਹੀ ਜਦੋਂ ਇਸਲਾਮ ਧਰਮ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਧਰਮ ਵਿੱਚ ਨਵਾਜ਼ ਅਦਾ ਕਰਨ ਦੀ ਬਾਤ ਆਉਂਦੀ, ਤੇ ਉਹ ਨਵਾਜ਼ਾਂ 5 ਵਾਰੀ ਅਦਾ ਕਰਦੇ ਇੱਕ ਦਿਨ ਦੇ ਵਿੱਚ, ਵੱਖਰਾ ਵੱਖਰਾ ਸਮਾਂ ਜਿਹੜਾ ਉਹ ਮੁਕਰਰ ਕੀਤਾ ਹੋਇਆ।
ਜਿਵੇਂ ਸਿੱਖ ਨੂੰ ਇਹ ਕਿਹਾ ਗਿਆ ਵੀ ਤੂੰ ਅੰਮ੍ਰਿਤ ਵੇਲਾ ਸੰਭਾਲਣਾ ਤੇ ਸ਼ਾਮੀ ਆਪਣਾ ਸੰਧਿਆ ਵੇਲਾ ਜਿਹੜਾ ਉਹਨੂੰ ਸੰਭਾਲਣਾ, ਉਦਾਂ ਇਸਲਾਮ ਧਰਮ ਦੇ ਵਿੱਚ ਵੀ 5 ਵਕਤ ਨਿਵਾਜ਼ ਅਦਾ ਕਰਨ ਦੇ ਲਈ ਤੇ ਸਨਾਤਨ ਧਰਮ ਦੇ ਵਿੱਚ 2 ਵਕਤ ਆਰਤੀ ਕਰਨ ਦੀ ਜੋ ਰੀਤ ਹੈ ਉਹ ਪ੍ਰਚਲਿਤ ਹੈ। ਹਰ ਧਰਮ ਦੀ ਵੱਖਰੀ ਵੱਖਰੀ ਬਾਤ ਹੈ, ਹਰ ਧਰਮ ਦੇ ਨਿਯਮ ਵੱਖਰੇ ਵੱਖਰੇ ਨੇ। ਹੁਣ ਇੱਥੇ ਗੱਲ ਵੀ ਹਰ ਧਰਮ ਦੀ ਹੈ, ਕੇਵਲ ਇਸਲਾਮ ਧਰਮ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਤੂੰ ਨਮਾਜ਼ੀ ਨਹੀਂ ਹੈ ਤੇ ਤੇਰਾ ਜੀਵਨ ਜਿਹੜਾ ਬਾਬਾ ਫਰੀਦ ਜੀ ਨੇ ਲਫ਼ਜ਼ ਵਰਤਿਆ ਵੀ ਕੁੱਤਿਆਂ ਵਾਲਾ ਹੈ। ਨਹੀਂ ਸੱਜਣਾ, ਜੇ ਤੂੰ ਨੇਮੀ ਨਹੀਂ ਹੈ ਤੇ ਤੇਰਾ ਜੀਵਨ ਵੀ ਉਸੇ ਜਾਨਵਰ ਵਾਂਗੂ ਹੀ ਹੈ। ਜੇ ਤੇਰੇ ਕੋਲ ਅੰਮ੍ਰਿਤ ਵੇਲੇ ਦੀ ਸੰਭਾਲ ਤੇ ਸੰਧਿਆ ਵੇਲੇ ਦੀ ਸੰਭਾਲ ਨਹੀਂ ਹੈ ਤੇ ਤੇਰਾ ਜੀਵਨ ਵੀ ਇਦਾਂ ਦਾ ਹੀ ਹੈ। ਜੇ ਤੇਰੇ ਕੋਲ ਸਵੇਰ ਦੀ ਤੇ ਸ਼ਾਮ ਵੇਲੇ ਦੀ ਆਰਤੀ ਨਹੀਂ ਹੈ ਤੇ ਤੇਰਾ ਜੀਵਨ ਵੀ ਇਦਾਂ ਦਾ ਹੀ ਹੈ। ਕਿਸੇ ਇੱਕ ਵਾਸਤੇ ਨਹੀਂ, ਗੁਰਬਾਣੀ ਸਰਬ ਸਾਂਝੀ ਹੈ ਤੇ ਇਹਨੇ ਉਪਦੇਸ਼ ਇਨਸਾਨੀਅਤ ਦੇ ਤੌਰ ਤੇ ਦਿੱਤਾ ਹੈ। ਕਿਸੇ ਖਾਸ ਧਰਮ ਦੇ ਜਾਂ ਖਾਸ ਫਿਰਕੇ ਦੇ ਤੌਰ ਤੇ ਸਾਨੂੰ ਬਾਣੀ ਉਪਦੇਸ਼ ਨਹੀਂ ਦਿੰਦੀ। ਸਾਨੂੰ ਬਾਣੀ ਜਦੋਂ ਉਪਦੇਸ਼ ਦਿੰਦੀ ਉਦੋਂ ਇਨਸਾਨੀਅਤ ਦੇ ਨਾਤੇ ਸਾਨੂੰ ਉਪਦੇਸ਼ ਮਿਲਦਾ ਹੈ। ਤੇ ਅੱਜ ਬਾਬਾ ਫਰੀਦ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਬੇਨਵਾਜ਼ਾ ਕੁੱਤਿਆ, ਜਿਨ੍ਹਾਂ ਕੋਲ ਨੇਮ ਨਹੀਂ ਹੈ। ਹੁਣ ਇੱਥੇ ਬੇਨਵਾਜ਼ਾ ਆਪਾਂ ਕਵਾਂਗੇ ਬੇਨੇਮਾ, ਜਿਹਦੇ ਕੋਲ ਨੇਮ ਨਹੀਂ ਹੈ ਉਹ ਕੀ ਹੈ? ਕੁੱਤੇ ਆ। ਜਿਵੇਂ ਆਪਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਆ ਨਾ, ਜਿੱਥੇ ਮਾਲਕ ਜੀ ਇਹ ਕਹਿੰਦੇ ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨਾ ਕੂਕਰਾ ਸੂਕਰਾ ਗਰਦਬਾ ਨਾਨਕ ਤੁਲ ਖਲਾ। ਆ ਹਾਲਾਤ ਨੇ। ਗੁਰਮੰਤਰ ਹੀਣस्य ਜੋ ਪ੍ਰਾਣੀ, ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ, ਰੱਬੀ ਯਾਦ ਤੋਂ ਹੀਣਾ ਹੈ। ਤ੍ਰਿਗੰਤ ਜਨਮ, ਉਹਦਾ ਜਨਮ ਕੀ ਹੈ? ਤ੍ਰਿਕਾਰਯੋਗ। ਪ੍ਰਸ਼ਟਨਾ, ਪ੍ਰਸ਼ਟ ਹੈ ਉਹਦਾ ਜਨਮ, ਜਿਹਦੇ ਕੋਲ ਰੱਬੀ ਯਾਦ ਨਹੀਂ ਹੈ। ਕਿੱਦਾਂ ਦਾ ਜੀਵਨ ਹੈ ਉਹਦਾ? ਕੂਕਰ, ਉਹ ਤੇ ਕੂਕਰ ਵਰਗਾ, ਉਹ ਤੇ ਸੂਕਰ ਹਸੂਰ ਵਰਗਾ, ਗਰਦਬਾਹ ਗਧੇ ਵਰਗਾ ਉਹਦਾ ਜੀਵਨ। ਤੇ ਨਾਨਕ ਤੁਲ ਖਲਾ, ਉਹ ਤੇ ਮੂਰਖ ਵਰਗਾ ਜੀਵਨ ਬਤੀਤ ਕਰ ਰਿਹਾ, ਬਸਰ ਕਰ ਰਿਹਾ। ਬੇਨਵਾਜ਼ਾ, ਜਿਹੜਾ ਬੇਨੀਮਾ ਹੈ। ਕਿਉਂਕਿ ਜਦੋਂ ਸਾਨੂੰ ਗੁਰਬਾਣੀ ਨੇ ਪ੍ਰੇਰਨਾ ਦਿੱਤੀ, ਗੁਰਬਾਣੀ ਨੇ ਸਾਨੂੰ ਪ੍ਰੇਰਿਤ ਕੀਤਾ, ਤੇ ਗੁਰਬਾਣੀ ਪ੍ਰੇਰਿਤ ਕਰਦਿਆਂ ਸਾਨੂੰ ਇਹ ਸਮਝਾਉਂਦੀ ਹੈ ਕਿ ਕੋਸ਼ਿਸ਼ ਕਰਿਆ ਕਰ ਸੱਜਣਾ, ਜਿਸ ਕਾਰਜ ਵਾਸਤੇ ਆਇਆ ਤੂੰ ਉਹ ਕਾਰਜ ਕਰਿਆ ਕਰ। ਜਿਹਨੂੰ ਮਾਲਕ ਪਾਤਸ਼ਾਹ ਆਖਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਕਰਮ ਵਾਸਤੇ ਤੂੰ ਜਗਤ ਵਿੱਚ ਆਇਆ ਹੈ, ਜਿਸ ਜਲ ਨਿਧ ਨੂੰ ਖੱਟਣ ਵਾਸਤੇ, ਜਲ ਦੇ ਖਜ਼ਾਨੇ ਨੂੰ ਖੱਟਣ ਵਾਸਤੇ ਤੂੰ ਜਗਤ ਵਿੱਚ ਆਇਆ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਤੈਨੂੰ ਮਿਲੇਗਾ, ਗੁਰੂ ਕੋਲੋਂ ਮਿਲੇਗਾ। ਤੇ ਤੂੰ ਇਉਂ ਕਰ ਛੋਡੋ ਵੇਸ ਭੇਖ ਚਤੁਰਾਈ। ਆਹ ਕੰਮ, ਆਹ ਚੀਜ਼ਾਂ ਛੱਡ ਤੇ ਸਹੀ, ਤੇ ਬੰਦਾ ਤੇ ਨੇਮੀ ਵੀ ਭੇਖ ਦਾ ਹੀ ਬਣਿਆ। ਬੰਦਾ ਤੇ ਨੇਮੀ ਵੀ ਕੇਵਲ ਵਿਖਾਵੇ ਵਾਸਤੇ ਬਣਿਆ ਹੋਇਆ, ਸਿਰਫ ਵਿਖਾਵਾ ਕਰਨਾ ਜੀ ਮੈਂ ਨੇਮੀ ਆ। ਬਾਤ ਵਿਖਾਵੇ ਦੀ ਤੇ ਹੈ ਹੀ ਨਹੀਂ ਨਾ। ਤੇ ਇੱਕ ਖਿਆਲ ਕਰਿਓ, ਅਕਸਰ ਮੈਂ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰਿਆ ਕਰਦਾ, ਜਿਸ ਜਗ੍ਹਾ ਦੇ ਉੱਤੇ ਵਿਖਾਵੇ ਦੀ ਬਾਤ ਆ ਜਾਏ ਉੱਥੇ ਪੱਕਾ ਕਰਕੇ ਜਾਣ ਲਓ ਵੀ ਧਰਮ ਕੋਹਾਂ ਦੀ ਦੂਰੀ ਤੇ ਹੈ। ਅਜੇ ਧਰਮ ਹੈ ਹੀ ਕੋਈ ਨਹੀਂ। ਕਿਉਂਕਿ ਵਿਖਾਵੇ ਦਾ ਸੰਬੰਧ ਧਰਮ ਨਾਲ ਕਦੇ ਬਣ ਹੀ ਨਹੀਂ ਸਕਦਾ। ਜਿੱਥੇ ਕੇਵਲ ਵਿਖਾਵਾ ਲੈ ਕੇ ਇਨਸਾਨ ਬੈਠਾ ਨਾ, ਅਸੀਂ ਕਹਿ ਸਕਦੇ ਹਾਂ ਵੀ ਇਹ ਤੇ ਵਿਖਾਉਣ ਜੋਗਾ ਹੀ ਹੈ। ਜਿਵੇਂ ਆਮ ਕਰਕੇ ਸਿਆਣਿਆਂ ਵੱਲੋਂ ਅਖਾਣ ਵਰਤਿਆ ਜਾਂਦਾ ਨਾ, ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ। ਇਦਾਂ ਦੇ ਹਾਲਾਤ ਹੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਧਰਮ ਦੇ ਵਿੱਚ ਕੇਵਲ ਵਿਖਾਵਾ ਆ ਜਾਂਦਾ ਨਾ, ਉਦੋਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਕੋਈ ਹੋਰ ਹੀ ਨੇ। ਕਿਉਂਕਿ ਵਿਖਾਵਾ ਸਾਨੂੰ ਧਰਮ ਨਹੀਂ ਜੇ ਕਦੇ ਸਿਖਾ ਸਕਦਾ। ਵਿਖਾਵੇ ਨੂੰ ਅਸੀਂ ਵਿਖਾਉਂਦਿਆਂ ਕਦੇ ਧਰਮ ਨਹੀਂ ਕਮਾ ਸਕਦੇ। ਇਸ ਕਰਕੇ ਬਾਬਾ ਫਰੀਦ ਜੀ ਨੇ ਅੱਜ ਸਾਨੂੰ ਸਮਝਾਇਆ, ਉਹ ਸੱਜਣਾ ਤੂੰ ਬੇਨੇਮੀ ਨਾ ਰਹਿ, ਬੇਨਵਾਜ਼ਾ ਨਾ ਰਹਿ। ਕਿਉਂਕਿ ਜੇ ਬੇਨਵਾਜ਼ਾ ਹੋ ਗਿਆ ਨਾ ਤੇ ਖਿਆਲ ਕਰੀ ਤੇਰਾ ਜੀਵਨ ਕੁੱਤਿਆਂ ਵਰਗਾ ਬਣ ਜਾਣਾ। ਇਹ ਤੇਰੇ ਲਈ ਰੀਤ ਭਲੀ ਹੋ ਹੀ ਨਹੀਂ ਸਕਦੀ। ਸਾਨੂੰ ਤੇ ਸਿਖਾਇਆ ਹੀ ਇਹ ਗਿਆ ਸੀ ਨਾ, ਗੁਰ ਸਤਿਗੁਰ ਕਾਜੋ ਸਿੱਖ ਆਖਾਏ ਸੋ ਭਲਕੈ ਉੱਠ, ਹਰ ਨਾਮ ਤੇ ਆਵੈ ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਸਾਨੂੰ ਤੇ ਸਿਖਾਇਆ ਹੀ ਇਹ ਗਿਆ। ਜੇ ਅਸੀਂ ਬੇਨੇਮੀ ਹੋ ਗਏ ਜਾਂ ਬੇਨਵਾਜ਼ੇ ਹੋ ਗਏ
ਤੇ ਫਿਰ ਸਾਡਾ ਜੀਵਨ ਕਿੱਥੇ ਜਾ ਕੇ ਖੜੋ ਜਾਏਗਾ। ਇਸ ਲਈ ਕੋਸ਼ਿਸ਼ ਇਹ ਹੋਵੇ, ਯਤਨ ਇਹ ਹੋਵੇ ਕਿ ਆਪਣੇ ਨੇਮ ਨੂੰ ਅਸੀਂ ਜਿਵੇਂ ਸੰਭਾਲ ਸਕੀਏ, ਜਿਸ ਢੰਗ ਨਾਲ ਸੰਭਾਲ ਸਕੀਏ, ਉਹੀ ਸਾਡੇ ਲਈ ਭਲਾ ਹੈ। ਜੇ ਅਸੀਂ ਇਨਸਾਨਾਂ ਵਰਗਾ ਜੀਵਨ ਜਿਉਣਾ ਚਾਹੁੰਦੇ ਆ, ਕਿਉਂਕਿ ਮੇਰੇ ਮਾਲਕ ਨੇ ਬਾਣੀ 'ਚ ਆਖਿਆ ਸੀ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ, ਜਨਮ ਸਿਰਾਨੀ ਭਾਈ, ਤੂੰ ਇਉਂ ਕਰ ਜਿਸ ਕਾਰਜ ਵਾਸਤੇ ਆਇਆ ਤੂੰ ਉਹ ਕਾਰਜ ਕਰ। ਤੇ ਤੂੰ ਤੇ ਬੇਨਵਾਜ਼ਾ ਹੋ ਕੇ ਤੁਰਿਆ ਫਿਰਦਾ, ਤੇਰੇ ਕੋਲ ਤੇ ਰੱਬੀ ਯਾਦ ਹੈ ਹੀ ਨਹੀਂ। ਇੱਕ ਅੱਧਾ ਦਿਨ ਮੰਨ ਲਿਆ ਕਿ ਨੇਮ ਵਿੱਚ ਕੁਤਾਹੀ ਹੋ ਗਈ, ਤੇਰੇ ਤੋਂ ਨੇਮ ਨਹੀਂ ਸੰਭਾਲਿਆ ਗਿਆ, ਮੰਨ ਲਿਆ, ਪਰ ਤੂੰ ਤੇ ਸਾਰੀ ਜ਼ਿੰਦਗੀ ਨਹੀਂ ਸੰਭਾਲ ਸਕਿਆ। ਸਾਰੇ ਜੀਵਨ ਤੇਰੇ ਹਾਲਾਤ ਇਦਾਂ ਦੇ ਬਣੇ ਰਹਿ ਗਏ। ਰਹਿਣ ਗਵਾਈ ਸੋਈ ਕਹਿ ਦਿਵਸ ਗਵਾਇਆ ਖਾਏ। ਕਿੱਥੇ ਗਿਆ ਜੀਵਨ ਦੇ ਵਿੱਚ ਜਿਹੜਾ ਨੇਮ ਸੀ? ਉਹ ਤੋਂ ਬਾਅਦ ਚ ਨਾਲ ਤੁਸੀਂ ਗੁਰਬਾਣੀ ਨੂੰ ਕਿਤੇ ਪੜ੍ਹਦੇ ਚੱਲੋ। ਗੁਰਬਾਣੀ ਵਿੱਚ ਮਾਲਕ ਪਾਤਸ਼ਾਹ ਨੇ ਫਿਰ ਕੱਲਾ ਰਹਿਣ ਤੇ ਦਿਨ ਦੀ ਗੱਲ ਨਹੀਂ ਕੀਤੀ, ਸਾਰੇ ਜੀਵਨ ਦੀ ਵੀ ਗੱਲ ਕੀਤੀ। ਕਹਿੰਦੇ ਤੂੰ ਤੇ ਸੰਸਾਰਕ ਪਦਾਰਥਾਂ 'ਚ ਗਰਸਿਆ ਹੀ ਇੰਨਾ ਪਿਆ, ਸੰਸਾਰਕ ਪਦਾਰਥਾਂ ਦੇ ਮੋਹ ਵਿੱਚ ਇੰਨਾ ਕੁ ਫਸਿਆ ਪਿਆ, ਸੱਜਣਾ ਤੇਰੇ ਕੋਲ ਤੇ ਨੇਮ ਹੈ ਹੀ ਕੋਈ ਨਹੀਂ। ਤੈਨੂੰ ਤੇ ਪਤਾ ਹੀ ਨਹੀਂ ਵੀ ਨੇਮ ਵੀ ਸੰਭਾਲੀ ਦਾ। ਤੈਨੂੰ ਤੇ ਇਸ ਗੱਲ ਦੀ ਸੋਝੀ ਵੀ ਨਹੀਂ ਆਈ ਵੀ ਮੈਂ ਨਵਾਜ਼ ਅਦਾ ਕਰਨੀ ਹੈ, ਮੈਂ ਆਪਣਾ ਨੇਮ ਸੰਭਾਲਣਾ, ਮੈਂ ਆਪਣੇ ਧਰਮ ਦੇ ਮੁਤਾਬਕ ਧਰਮ ਅਸਥਾਨ ਤੇ ਜਾਣਾ। ਤੈਨੂੰ ਤੇ ਪਤਾ ਹੀ ਨਹੀਂ ਲੱਗਿਆ। ਖਿਮਾ ਕਰਿਓ, ਮੈਂ ਇਹ ਬਚਨ ਵਰਤਣ ਲੱਗਿਆ। ਸਾਡੇ ਹਾਲਾਤਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਅਸੀਂ ਕਿੱਥੇ ਖੜੋਤੇ ਹਾਂ। ਸਾਨੂੰ ਤੇ ਮਹੀਨੇ ਬਾਅਦ ਚੇਤਾ ਆਉਂਦਾ ਵੀ ਅਸੀਂ ਧਰਮ ਅਸਥਾਨ ਤੇ ਵੀ ਜਾਣਾ, ਜਾਂ ਸੰਗਰਾਂਦ ਤੇ ਚੇਤਾ ਆਏਗਾ, ਜਾਂ ਮੱਸਿਆ ਤੇ ਚੇਤਾ ਆਏਗਾ, ਜਾਂ ਪੂਰਨਮਾਸੀ ਤੇ ਚੇਤਾ ਆਏਗਾ ਵੀ ਮੈਂ ਤੇ ਧਰਮ ਸਥਾਨ ਤੇ ਵੀ ਜਾਣਾ। ਤੇ ਬਾਕੀ ਮਹੀਨਾ ਸਾਰਾ ਕਿੱਥੇ ਜਾਏਗਾ? ਤੇ ਇੱਥੇ ਬਾਬਾ ਫਰੀਦ ਜੀ ਕਹਿ ਰਹੇ ਕਬ ਹੀ ਚੱਲਣ ਆਇਆ। ਉਹ ਤੈਨੂੰ ਤੇ ਇਹ ਤੇਰੇ ਧਰਮ ਨੇ ਹੁਕਮ ਕੀਤਾ ਸੀ ਤੂੰ 5 ਵਕਤ ਨਮਾਜ਼ ਅਦਾ ਕਰ, 5 ਵਕਤ ਆਪਣੇ ਸੰਭਾਲ, ਤੇ ਤੂੰ 5 ਵਕਤਾਂ ਦੇ ਵਿੱਚੋਂ ਇੱਕ ਵਾਰੀ ਵੀ ਕਦੇ ਮਸੀਤ 'ਚ ਆ ਕੇ ਨਮਾਜ਼ ਨੂੰ ਸੰਭਾਲਿਆ ਹੀ ਨਹੀਂ, ਅਦਾ ਹੀ ਨਹੀਂ ਕੀਤੀ ਕਦੇ ਨਮਾਜ਼ ਤੂੰ। ਤੇ ਸਾਨੂੰ ਹੁਕਮ ਕੀ ਸੀ? ਤੂੰ ਆਪਣੇ 2 ਵਕਤ ਸੰਭਾਲ, ਅੰਮ੍ਰਿਤ ਵੇਲਾ ਸੰਭਾਲ, ਸੰਧਿਆ ਵੇਲਾ ਸੰਭਾਲ। ਤੇ ਸੱਜਣਾ ਆਪਣੇ ਵੱਲ ਖਿਆਲ ਕਰਕੇ ਵੇਖ ਲੈ, ਤੂੰ ਦੋਵਾਂ ਵੇਲਿਆਂ 'ਚੋਂ ਇੱਕ ਵੇਲੇ ਗੁਰੂ ਘਰ ਹਾਜ਼ਰੀ ਭਰ ਹੀ ਨਹੀਂ ਸਕਿਆ। ਕਿੱਥੇ ਖੜੋਤਾ ਤੂੰ? ਤੇ ਜੇ ਸਨਾਤਨ ਧਰਮ ਦੀ ਗੱਲ ਕਰਾਂਗੇ ਤੇ ਉਸ ਧਰਮ ਵਿੱਚ ਵੀ 2 ਵਕਤ ਦੀ ਆਰਤੀ ਦਾ ਜੋ ਵਿਧਾਨ ਹੈ ਉਹ ਚੱਲ ਰਿਹਾ। ਤੇ ਫਿਰ ਭਾਈ ਜੇ ਤੂੰ ਗੁਰਬਾਣੀ ਦੇ ਉਪਦੇਸ਼ ਮੁਤਾਬਕ, ਇਨਸਾਨੀਅਤ ਦੇ ਉਪਦੇਸ਼ ਮੁਤਾਬਕ ਚੱਲੇਗਾ, ਤੂੰ ਤੇ ਕਦੇ ਇੱਕ ਸਮਾਂ ਵੀ ਆਰਤੀ ਕਰਨ ਨਹੀਂ ਪਹੁੰਚਿਆ। ਤੇਰਾ ਧਰਮ ਕਹਿ ਰਿਹਾ। ਤੇ ਬਾਬਾ ਫਰੀਦ ਜੀ ਕਹਿੰਦੇ ਤੂੰ ਵੇਖ ਆਪਣੇ ਵੱਲ ਝਾਤ ਮਾਰ ਕੇ, ਕਹਿੰਦੇ ਤੂੰ ਆਪਣੇ ਜੀਵਨ ਵੱਲ ਵੇਖ ਕਿ ਤੇਰੇ ਕੋਲ ਨਵਾਜ਼ਾਂ ਕਿੰਨੀਆਂ ਨੇ, ਕਿੰਨੀਆਂ ਨਵਾਜ਼ਾਂ ਅਦਾ ਕਰ ਰਿਹਾ ਤੂੰ? ਹੈ ਨਵਾਜ਼ ਤੇਰੇ ਕੋਲ? ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ ਤੂੰ ਕਿੰਨਾ ਨੇਮ ਸੰਭਾਲ ਰਿਹਾ। ਹੈ ਤੇਰੇ ਕੋਲ ਨੇਮ? ਤੇ ਫਿਰ ਜੀਵਨ ਕਿੱਦਾਂ ਦਾ ਹੋਇਆ? ਕਿਵੇਂ ਫਕਰ ਨਾਲ ਕਹਿ ਦੇਂਗਾ ਵੀ ਤੂੰ ਇਨਸਾਨ ਹੈ? ਸੱਜਣਾ ਤੇਰੇ ਨਾਲੋਂ ਤੇ ਪਸ਼ੂ ਤੇ ਜਾਨਵਰ ਹੀ ਚੰਗੇ ਨੇ, ਜਿਹੜੇ ਭੋਜਨ ਖਾਂਦਿਆਂ, ਦਾਣਾ ਚੁਗਦਿਆਂ, ਸਿਰ ਨਵਾਉਂਦਿਆਂ ਰੱਬ ਦਾ ਸ਼ੁਕਰਾਨਾ ਤੇ ਕਰ ਦਿੰਦੇ। ਤੇ ਤੂੰ ਕਿੱਥੇ ਖੜੋਤਾ? ਜੇ ਆਪਾਂ ਇਨਸਾਨ ਵੱਲ ਝਾਤ ਮਾਰੀਏ, ਇਨਸਾਨੀ ਜੀਵਨ ਵੱਲ ਵੇਖੀਏ, ਤੇ ਇਨਸਾਨ ਨਾ ਸ਼ੁਕਰਿਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ, ਸਭ ਤੋਂ ਪਹਿਲੇ ਨੰਬਰ ਤੇ, ਨਾ ਸ਼ੁਕਰਿਆਂ ਵਿੱਚੋਂ। ਜਿਨਨੇ ਕਦੇ ਸ਼ੁਕਰ ਗੁਜ਼ਾਰਨ ਦੀ ਕੋਸ਼ਿਸ਼, ਯਤਨ ਹੀ ਨਹੀਂ ਕੀਤਾ, ਜਿਨਨੇ ਕਦੇ ਇਸ ਕੋਸ਼ਿਸ਼ ਵਾਲੇ ਪਾਸੇ ਆਪਣਾ ਕਦਮ ਚੁੱਕਿਆ ਹੀ ਨਹੀਂ ਵੀ ਮੈਂ ਇੱਕ ਅੱਧਾ ਕਦਮ ਚੁੱਕ ਕੇ ਤੇ ਕਦੇ ਰੱਬ ਦਾ ਸ਼ੁਕਰ ਵੀ ਗੁਜ਼ਾਰ ਲਾਂ ਵੀ ਰੱਬਾ ਹੋਰ ਕੁਛ ਨਹੀਂ, ਤੂੰ ਮੈਨੂੰ ਇਨਸਾਨ ਬਣਾ ਕੇ ਭੇਜਤਾ, ਤੇਰਾ ਇੰਨਾ ਹੀ ਸ਼ੁਕਰ ਹੈ।
ਬੈਠ ਕੇ ਕਦੇ ਸੋਚਿਓ ਜੇ ਰੱਬ ਸਾਨੂੰ ਵੀ ਕਿਸੇ ਜਾਨਵਰ ਦੀ ਜੂਨੀ 'ਚ ਪਾ ਦਿੰਦਾ ਤੇ ਅਸੀਂ ਰੱਬ ਦਾ ਕੀ ਵਿਗਾੜ ਲੈਂਦੇ। ਇਹ ਤੇ ਸਾਡਾ ਕਹਿ ਸਕਦੇ ਆ ਨਾ ਵੀ ਕਰਮ ਚੰਗੇ ਸਨ, ਪੂਰਬਲੇ ਕਰਮ ਕਿਤੇ ਸਾਡੇ ਭਲੇ ਸੀ। ਉਹ ਪੂਰਬਲਾ ਅੰਕੁਰ ਫੁੱਟ ਆਇਆ, ਉਸ ਅੰਕੁਰ ਪੂਰਬਲੇ ਦੇ ਆਧਾਰ ਉੱਤੇ ਸਾਨੂੰ ਆ ਮਨੁੱਖਾ ਜਨਮ ਮਿਲ ਗਿਆ ਤੇ ਹੁਣ ਇਸ ਮਨੁੱਖਾ ਜਨਮ ਦੇ ਅੰਦਰ ਅਸੀਂ ਕਰਮ ਹੀ ਇਦਾਂ ਦੇ ਕਮਾ ਲੈਣੇ ਵੀ ਇੱਥੇ ਰਹਿੰਦਿਆਂ ਹੋਇਆਂ ਹੀ ਅਸੀਂ ਕਿਤੇ ਜਾਨਵਰਾਂ ਵਾਲੀ ਜੂਨ ਤੋਂ ਪਾਸੇ ਨਾ ਹੋ ਜਾਈਏ। ਸਾਡੇ ਤੇ ਹਾਲਾਤ ਇਦਾਂ ਦੇ। ਸਾਨੂੰ ਤੇ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਤੇ ਚੰਗਾ ਸਮਝਣਾ ਚਾਹੀਦਾ ਸੀ ਵੀ ਰੱਬ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਤੇ ਮਨੁੱਖਾ ਜਨਮ ਦੇ ਕੇ ਉਹਨੇ ਸਾਨੂੰ ਮਨੁੱਖਾ ਜਨਮ ਨੂੰ ਸਵਾਰਨ ਦੀ ਬਾਤ ਸੋਝੀ ਵੀ ਸਾਨੂੰ ਦਿੱਤੀ, ਭਾਈ ਸਵਾਰ ਲਾ। ਪਰ ਅਸੀਂ ਮਨੁੱਖਾ ਜਨਮ ਨੂੰ ਸਵਾਰਨਾ ਤੇ ਕੀ ਸੀ, ਅਸੀਂ ਮਨੁੱਖਾ ਜਨਮ ਵਿੱਚ ਹੀ ਪਸ਼ੂਆਂ ਵਾਲੀ ਬਿਰਤੀ ਲੈ ਕੇ ਬਹਿ ਗਏ। ਕਿੱਥੇ ਆ ਕੇ ਖੜੋਗੇ ਅਸੀਂ? ਜੇ ਸਾਡੇ ਕੋਲ ਪਸ਼ੂ ਬਿਰਤੀ ਨਾ ਹੁੰਦੀ, ਜੇ ਸਾਡੇ ਕੋਲ ਪਸ਼ੂਆਂ ਵਰਗਾ ਜੀਵਨ ਛੱਡ ਕੇ ਇਨਸਾਨਾਂ ਵਰਗਾ ਜੀਵਨ ਹੁੰਦਾ ਤੇ ਗੁਰਬਾਣੀ ਨੂੰ ਕਹਿਣਾ ਨਹੀਂ ਸੀ ਪੈਣਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਪਰ ਸਤਿਗੁਰੂ ਨੇ ਉਪਦੇਸ਼ ਦਿੱਤਾ, ਬਕਾਇਦਾ ਆਖਿਆ। ਇਹਦਾ ਮਤਲਬ ਮਾਲਕ ਨੇ ਮਨੁੱਖਾਂ ਦੀ ਜਿਹੜੇ ਕਰਮ ਨੇ, ਕਰਤੂਤਾਂ ਨੇ, ਉਹ ਪਸ਼ੂਆਂ ਵਾਲੀਆਂ ਵੇਖੀਆਂ ਤਾਂ ਹੀ ਆਖਿਆ ਨਾ ਵੀ ਆ ਤੇਰੀਆਂ ਪਸ਼ੂਆਂ ਵਾਲੀਆਂ ਕਰਤੂਤਾਂ ਨੇ, ਤੂੰ ਕਰ ਰਿਹਾ। ਵੇਖ ਲਓ ਸਤਿਗੁਰੂ ਦੀ ਬਾਣੀ ਪੜ੍ਹ ਕੇ ਵੀ ਤੇਰੇ ਹਾਲਾਤ ਕਿੱਦਾਂ ਦੇ ਨੇ, ਤੂੰ ਕਿਸ ਕਿਸ ਆਧਾਰ ਉੱਤੇ ਕਿਸ ਕਿਸ ਵਕਤ ਕਿਹੜੀ ਜੂਨ ਭੋਗ ਰਿਹਾ। ਸੱਜਣਾ ਕਦੇ ਖਿਆਲ ਕੀਤਾ? ਕਦੇ ਤੂੰ ਸੱਪ ਦੀ ਜੂਨੀ 'ਚ ਆ ਜਾਂਦਾ, ਕਦੇ ਪ੍ਰੇਤਾਂ ਵਾਲੀ ਜੂਨੀ 'ਚ ਆ ਜਾਂਦਾ, ਕਦੇ ਤੂੰ ਸੂਕਰ ਦੀ ਜੂਨ ਵਿੱਚ ਆ ਜਾਂਦਾ, ਕਦੇ ਤੂੰ ਕਿਸ ਜੂਨੀ ਵਿੱਚ ਆ ਕੇ ਆਪਣਾ ਆਪਾ ਜਿਹੜਾ ਉਹਨੂੰ ਗਵਾਉਣ ਲੱਗ ਜਾਂਦਾ। ਤੂੰ ਖੜਾ ਕਿਸ ਥਾਂ ਦੇ ਉੱਤੇ ਹੈ? ਜਿਹੜਾ ਸ਼ਬਦ ਮੈਂ ਪਹਿਲੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਰੂਪ ਵਜੋਂ ਰੱਖਿਆ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਉੱਥੇ ਮਾਲਕ ਜੀ ਨੇ ਇਹ ਆਖਿਆ, ਤੂੰ ਤੇ ਕੂਕਰ ਹੈ, ਤੂੰ ਤੇ ਸੂਕਰ ਹੈ, ਤੂੰ ਤੇ ਗਧਾ, ਤੂੰ ਤੇ ਮੂਰਖ ਹੈ। ਕਿੱਥੇ ਗਿਆ ਇਨਸਾਨ? ਫਿਰ ਇਹ ਕਹਿਣ 'ਚ ਕੋਈ ਅਤ ਕਥਨੀ ਨਹੀਂ ਹੈ ਕਿ ਆ ਦੋ ਪੈਰਾਂ ਵਾਲਾ ਤੇ ਦੋ ਹੱਥਾਂ ਵਾਲਾ ਬਣਾਇਆ ਤੇ ਰੱਬ ਨੇ ਇਨਸਾਨ ਹੈ, ਪਰ ਇਹਦੇ ਵੱਲੋਂ ਪੂਰਾ ਜ਼ੋਰ ਲੱਗਾ ਹੋਇਆ ਵੀ ਮੈਂ ਪਸ਼ੂ ਬਣ ਜਾ, ਤੇ ਬਣਿਆ ਹੋਇਆ। ਰੱਬ ਨੇ ਤੇ ਇਨਸਾਨ ਬਣਾਇਆ ਸੀ। ਜੇ ਇਨਸਾਨ ਹੁੰਦਾ ਤੇ ਇਨਸਾਨ ਨੂੰ ਕਹਿਣਾ ਨਹੀਂ ਸੀ ਪੈਣਾ ਵੀ ਤੂੰ ਬੰਦਾ ਬਣ। ਇਹ ਇਨਸਾਨ ਹੈ ਨਹੀਂ, ਇਹਨੂੰ ਇਨਸਾਨ ਬਣਾਉਣ ਲਈ ਸਾਨੂੰ ਬਾਰ-ਬਾਰ ਆਖਣਾ ਪਿਆ ਤੂੰ ਬੰਦਾ ਬਣ, ਬੰਦਗੀ ਕਰ ਲਿਆ ਕਰ, ਬੰਦਾ ਬਣ, ਤੂੰ ਬੰਦਗੀ ਕਰ, ਬੰਦਗੀ ਨੂੰ ਸੰਭਾਲ, ਤੂੰ ਰੱਬ ਨੂੰ ਚੇਤੇ ਕਰਿਆ ਕਰ, ਬੰਦਿਆਂ ਵਾਲੇ ਕਰਮ ਕਰਿਆ ਕਰ। ਐਵੇਂ ਪਸ਼ੂਆਂ ਵਾਲੇ ਕੰਮ ਕਰਕੇ ਪਸ਼ੂ ਬਿਰਤੀ ਦਾ ਮਾਲਕ ਬਣ ਕੇ ਤੇ ਕਿਉਂ ਜੀਵਨ ਅਜਾਈ ਲੰਘਾ ਰਿਆਂ। ਤੇ ਬਾਬਾ ਫਰੀਦ ਜੀ ਕਹਿੰਦੇ ਬੇਨਵਾਜ਼ਾ ਕੁੱਤਿਆ, ਜਿਨ੍ਹਾਂ ਕੋਲ ਨੇਮ ਹੀ ਹੈ ਨਹੀਂ ਉਹ ਤੇ ਕੁੱਤੇ ਨੇ। ਇਹ ਨਾ ਭਲੀ ਰੀਤ, ਇਹ ਰੀਤ ਚੰਗੀ ਨਹੀਂ ਹੈ। ਕਬਹੀ ਚੱਲ ਨਾ ਆਇਆ, ਕਦੇ ਵੀ ਚੱਲ ਕੇ ਨਹੀਂ ਆਇਆ ਤੂੰ। ਕਿਤੇ ਭਾਈ ਗੁਰਦਾਸ ਨੂੰ ਪੁੱਛ ਕੇ ਵੇਖੋ ਹਾਂ, ਸਤਿਗੁਰੂ ਪਤਾ ਕੀ ਕਹਿੰਦੇ, ਕਹਿੰਦੇ ਉਹ ਤੇ ਲੱਤਾਂ ਪੈਰ ਹੀ ਧ੍ਰਿਗ ਨੇ ਜਿਹੜੇ ਚੱਲ ਕੇ ਕਦੇ ਗੁਰੂ ਘਰ ਗਏ ਹੀ ਨਹੀਂ। ਉਹ ਤੇ ਪੈਰ ਫਿਟਕਾਰ ਯੋਗ ਨੇ, ਉਹ ਲੱਤਾਂ ਫਿਟਕਾਰ ਯੋਗ ਨੇ, ਤ੍ਰਿਗੰਤ ਨੇ ਉਹ ਲੱਤਾਂ, ਧ੍ਰਿਗ ਨੇ ਉਹ ਪੈਰ, ਜਿਹੜੇ ਪੈਰ ਕਦੇ ਗੁਰੂ ਘਰ ਵੱਲ ਚੱਲ ਕੇ ਗਏ ਨਹੀਂ, ਧਰਮ ਸਥਾਨ ਵੱਲ ਚੱਲ ਕੇ ਗਏ ਹੀ ਨਹੀਂ। ਉਹ ਪੈਰਾਂ ਦਾ ਕੀ ਕਰਨਾ? ਤੇ ਜਦੋਂ ਗੁਰਬਾਣੀ ਪੜ੍ਹਦੇ ਆ ਭੱਟ ਸਾਹਿਬਾਨ ਕਹਿੰਦੇ ਨੇ, ਕਹਿੰਦੇ ਉਹ ਪੈਰ ਸਫਲ ਨੇ ਜਿਹੜੇ ਪੈਰ ਚੱਲ ਕੇ ਧਰਮ ਸਥਾਨ ਵੱਲ ਜਾਂਦੇ ਨੇ। ਤੇ ਇੱਥੇ ਬਾਬਾ ਫਰੀਦ ਜੀ ਕਹਿ ਰਹੇ, ਕਹਿੰਦੇ ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਤੂੰ ਕੋਈ ਦਿਨ ਐਸਾ ਨਹੀਂ ਜਿੱਦਣ 5 ਵਕਤ ਚੱਲ ਕੇ ਮਸੀਤ ਵਿੱਚ ਆਇਆ ਹੋਵੇ ਨਵਾਜ਼ ਅਦਾ ਕਰਨ ਲਈ। ਕੋਈ ਵਕਤ ਐਸਾ ਨਹੀਂ ਜਿਸ ਦਿਨ ਤੂੰ ਦੋਵੇਂ ਸਮੇਂ ਗੁਰੂ ਘਰ ਚੱਲ ਕੇ ਆਇਆ ਹੋਵੇ। ਧਰਮ ਤੇ ਸਾਡੇ ਦੀ ਬਾਤ ਵੀ ਨਾਲ ਹੀ ਹੈ ਨਾ। ਸੰਭਾਲਿਆ ਤੂੰ ਆਪਣਾ ਆਪਾ? ਕਿਵੇਂ ਫਕਰ ਨਾਲ ਇਨਸਾਨ ਕਹਿੰਦਾ ਵੀ ਮੈਂ ਬੰਦਾ ਆ, ਮੈਨੂੰ ਇਨਸਾਨ ਕਹਿੰਦੇ। ਸਤਿਗੁਰੂ ਨੇ ਬਾਣੀ ਚ ਕਿਹਾ, ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਉਹ ਤੇਰੀ ਸਰਦਾਰੀ ਇਸ ਧਰਤੀ ਤੇ, ਬਾਕੀ ਜੂਨਾਂ ਤੇਰੀਆਂ ਪਾਣੀ ਭਰਨ ਵਾਲੀਆਂ, ਤੇ ਤੂੰ ਕੀ ਕਰਦਾ ਫਿਰਦਾ?
ਜਿਵੇਂ ਕਿਸੇ ਪੋਸਟ ਉੱਤੇ ਕੋਈ ਬੰਦਾ ਬੈਠਾ ਹੋਵੇ ਨਾ, ਤੇ ਉਹ ਆਪਣੇ ਕਾਰਜ ਨੂੰ ਬਾਖੂਬੀ ਨਾ ਨਿਭਾਵੇ, ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਨਾ ਨਿਭਾਵੇ, ਤੇ ਪਤਾ ਕੀ ਕਿਹਾ ਜਾਂਦਾ ਸਮਾਜ ਵੱਲੋਂ? ਇਹ ਤੇ ਇਸ ਪੋਸਟ ਦੇ ਬਹਿਣ ਦਾ ਕਾਬਲ ਹੀ ਨਹੀਂ ਹੈ, ਲਾਇਕ ਨਹੀਂ ਇਹ। ਇਹ ਤੇ ਐਵੇਂ ਧੱਕੇ ਨਾਲ ਜ਼ਬਰਦਸਤੀ ਬੈਠਾ ਹੋਇਆ ਜਾਂ ਧੱਕੇ ਨਾਲ ਜ਼ਬਰਦਸਤੀ ਬਿਠਾਇਆ ਹੋਇਆ ਹੈ, ਕਾਬਲ ਨਹੀਂ ਹੈ ਇਹ। ਤੇ ਆਪਣੇ ਵੱਲ ਜੇ ਆਪਾਂ ਝਾਤ ਮਾਰ ਕੇ ਵੇਖ ਲਈਏ, ਸਤਿਗੁਰੂ ਕਹਿੰਦੇ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਬਾਕੀ ਜੂਨਾ ਤੇਰਾ ਪਾਣੀ ਭਰਨ ਵਾਲੀਆਂ ਤੇਰੀ ਸਰਦਾਰੀ ਹੈ। ਪਰ ਸੱਜਣਾ, ਜਿੱਦਾਂ ਦੇ ਤੇਰੇ ਕੰਮ ਤੂੰ ਵੀ ਧੱਕੇ ਨਾਲ ਹੀ ਸਰਦਾਰ ਬਣਿਆ ਹੋਇਆ ਹੈ, ਤੇਰੇ ਕੋਲ ਵੀ ਕੱਖ ਨਹੀਂ। ਤੂੰ ਤੇ ਲਾਇਕ ਹੀ ਨਹੀਂ ਹੈ ਇਸ ਧਰਤੀ ਦੇ ਉੱਤੇ ਸਰਦਾਰੀ ਕਰਨ ਦੇ। ਸਿੱਖਦਾਰੀ ਮਤਲਬ ਸਰਦਾਰੀ ਕਰਨ ਵਾਲਾ, ਭਾਵ ਸਾਰੀਆਂ ਜੂਨਾਂ ਦੇ ਉੱਤੇ ਆਪਣਾ ਹੁਕਮ ਚਲਾਉਣ ਵਾਲਾ, ਤੇ ਤੂੰ ਕਾਬਲ ਹੀ ਨਹੀਂ ਹੈ। ਤੇਰੇ ਨਾਲੋਂ ਪਸ਼ੂ ਪੰਛੀ ਚੰਗੇ ਨੇ, ਤੂੰ ਕਿੱਥੋਂ ਆਪਣੇ ਆਪ ਨੂੰ ਇਨਸਾਨ ਬਣਾ ਲੇਗਾ? ਫਿਰ ਬਾਬਾ ਕਬੀਰ ਜੀ ਨੇ ਇੱਕ ਵਾਰ ਨਹੀਂ, ਸਾਨੂੰ ਬੜੀ ਵਾਰ ਇਸ ਚੀਜ਼ ਦਾ ਗਿਆਨ ਦਿੱਤਾ, ਇਸ ਬਾਰੇ ਸਾਨੂੰ ਬੜੀ ਵਾਰ ਸਮਝਾਇਆ, ਭਾਈ ਤੂੰ ਇਉਂ ਕਰ, ਲੂਟਣਾ ਹੈ ਤਾਂ ਲੂਟ ਲਾ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਮੁੜ ਕੇ ਇਹ ਨਾ ਹੋਵੇ ਹੁਣ ਤੇਰੇ ਕੋਲ ਸਮਾਂ, ਤੇ ਹੁਣ ਤੂੰ ਜੇ ਲੁੱਟਿਆ ਜਾਂਦਾ ਤੇ ਰੱਬ ਦਾ ਨਾਮ ਜਿੰਨਾ ਕੁ ਜਪ ਸਕਦਾ ਜਪ ਲਾ, ਅਰਾਧ ਲਾ ਜਿੰਨਾ ਕੁ ਅਰਾਧਿਆ ਜਾਂਦਾ। ਕਿਤੇ ਇਹ ਨਾ ਹੋਵੇ ਚਾਰ ਪਾਉ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰਖੈ ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫੂਟੇ ਨਾਕਣ ਟੂਟੇ ਕਾਂਧਨ ਕੋਦੂ ਕੋ ਪੁੱਛ ਖਈ ਹੈ। ਦੱਸ ਭਾਈ ਉਦੋਂ ਕਿੱਦਾਂ ਕਰੇਗਾ? ਫਿਰ ਉਦੋਂ ਕਿਵੇਂ ਨੇਮ ਸੰਭਾਲੇਗਾ? ਉਦੋਂ ਕਿਵੇਂ ਨਮਾਜ਼ ਅਦਾ ਕਰੇਗਾ? ਉਦੋਂ ਕਿਵੇਂ ਆਪਣੇ ਧਰਮ ਦੇ ਨਿਯਮਾਂ ਦੀ ਪਾਲਣਾ ਕਰੇਗਾ? ਉਦੋਂ ਕਿਵੇਂ ਆਪਣੇ ਧਰਮ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲੇਗਾ? ਸੱਜਣਾ, ਉਦਣ ਤੇ ਤੇਰੇ ਮੋਢੇ ਤੇ ਭਾਰ ਤੇ ਨੱਕ ਦੇ ਵਿੱਚ ਅਗਲਾ ਨਕੇਲ ਪਾ ਕੇ ਤੇ ਲੈ ਜਾਣਾ। ਜੇ ਤੂੰ ਉਸ ਜਗ੍ਹਾ ਦੇ ਉੱਤੇ ਕੋਈ ਆਪਣਾ ਜ਼ੋਰ ਅਜ਼ਮਾਇਸ਼ ਕਰਨ ਦੀ ਕੋਸ਼ਿਸ਼ ਕੀਤੀ, ਅਗਲਿਆਂ ਨੇ ਮਿੰਟ ਲਾਉਣਾ ਨਕੇਲ ਤੋਂ ਫੜਨ ਲੱਗਿਆ, ਛੱਡਣਗੇ ਥੋੜੀ ਫਿਰ ਅਗਲੇ। ਫਿਰ ਉਹ ਤੇਰਾ ਸਾਰੀ ਜ਼ਿੰਦਗੀ ਫੂਟੇ ਨਾਕਣ ਟੂਟੇ ਕਾਂਦਣ, ਸਾਰੀ ਜ਼ਿੰਦਗੀ ਆਹੀ ਕੰਮ ਹੋਣਾ। ਅਗਲੇ ਉਦੋਂ ਛੱਡਣਗੇ ਜਦੋਂ ਦਿਸ ਗਿਆ ਵੀ ਹੁਣੇ ਕਿਸੇ ਕੰਮ ਦਾ ਨਹੀਂ, ਹੁਣ ਛੱਡ ਦਿਓ, ਹੁਣੇ ਤੋਂ ਨਾ ਭਾਰ ਚੁੱਕਿਆ ਜਾਂਦਾ, ਨਾ ਸਾਡੇ ਕਿਸੇ ਕਾਰਜ ਦਾ, ਨਾ ਇਹਨੇ ਕੋਈ ਸਾਡਾ ਕਾਰਜ ਸਵਾਰਨਾ। ਫਿਰ ਉਦਣ ਅਵਾਰਾ ਪਸ਼ੂਆਂ ਨੂੰ ਛੱਡ ਦਿੰਦੇ ਵੀ ਜਾ, ਹੁਣ ਸਾਡੇ ਕੰਮ ਦਾ ਹੀ ਨਹੀਂ ਰਿਹਾ। ਫਿਰ ਅਗਲੇ ਇਹੀ ਕਹਿੰਦੇ ਇਹ ਤੇ ਬਸ ਐਵੇਂ ਖਾਣ ਦਾ ਹੀ ਖਪਾ, ਇਹਨੂੰ ਕਿ ਨੱਕ 'ਚ ਰਹੀ ਚਾਰਾ ਪਾਈ ਜਾਈਏ, ਕੰਮ ਤੇ ਕੋਈ ਕਰਦਾ ਨਹੀਂ, ਫਿਰ ਛੱਡ ਦਿੰਦੇ। ਇਸ ਲਈ ਬੇਨਵਾਜ਼ਾ ਜੀਵਨ ਨਾ ਲੰਘਾ, ਕਿਤੇ ਆਪਣੇ ਜੀਵਨ ਦੇ ਅੰਦਰ ਨੇਮ ਸਾਂਭਣ ਦੀ ਕੋਸ਼ਿਸ਼ ਵੀ ਕਰ, ਯਤਨ ਕਰ, ਆਪਣਾ ਨੇਮ ਸੰਭਾਲ ਲਿਆ ਕਰ। ਨਹੀਂ 2 ਵਕਤ ਤੂੰ ਗੁਰੂ ਘਰ ਆ ਸਕਦਾ, ਧਰਮ ਸਥਾਨ ਤੇ ਆ ਸਕਦਾ, ਇੱਕ ਸਮਾਂ ਤੇ ਆ ਹੀ ਸਕਦਾ ਨਾ। ਸਾਨੂੰ ਤੇ ਪ੍ਰੇਰਨਾ ਇਹ ਦਿੱਤੀ ਗਈ ਹੈ, ਭਾਈ ਕੋਸ਼ਿਸ਼ ਕਰ, ਚਾਹੇ ਥੋੜੇ ਤੋਂ ਥੋੜੇ ਸਮੇਂ ਲਈ ਆ ਕੇ ਬੈਠ ਤੇ ਸਹੀ। ਇੱਕ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਤੈਨੂੰ ਇਹ ਨਹੀਂ ਕਿਹਾ ਵੀ ਤੂੰ ਇੰਨਾ ਸਮਾਂ ਬਹਿਣਾ ਹੀ ਬਹਿਣਾ, ਤੈਨੂੰ ਇਹ ਕਿਹਾ ਤੂੰ ਚੱਲ ਕੇ ਆ, ਥੋੜੇ ਤੋਂ ਥੋੜਾ ਸਮਾਂ ਜਿੰਨਾ ਬਹਿ ਸਕਦਾ ਬਹਿ, ਪਰ ਇਹ ਨਾ ਹੋਵੇ ਕਿ ਤੂੰ ਚੱਲ ਕੇ ਹੀ ਨਾ ਆਵੇਂ। ਆਪਣੇ ਜੀਵਨ ਨੂੰ ਮਨੁੱਖਾਂ ਵਾਲਾ ਜੀਵਨ ਜਿਹੜਾ ਉਹਦੇ ਵਾਂਗੂ ਗੁਜ਼ਾਰਨਾ ਸ਼ੁਰੂ ਕਰ, ਮਨੁੱਖਾਂ ਵਰਗਾ ਜੀਵਨ ਬਣਾ ਕੇ ਹੀ ਜਿਉਣਾ ਸ਼ੁਰੂ ਕਰ। ਆ ਜਾਨਵਰਾਂ ਵਰਗਾ ਜੀਵਨ ਤੈਨੂੰ ਸ਼ੋਭਦਾ ਨਹੀਂ ਹੈ, ਕਿਉਂਕਿ ਇਹ ਰੀਤ ਭਲੀ ਨਹੀਂ ਹੈ। ਇਸ ਲਈ ਕੋਸ਼ਿਸ਼ ਇਹ ਹੋਵੇ ਕਿ ਤੂੰ, ਜੇ ਬਾਬਾ ਜੀ ਨੇ ਗੱਲ ਕੀਤੀ 5 ਵਕਤ ਨਿਵਾਜ਼ ਅਦਾ ਕਰਨ ਦੀ, ਸੱਜਣਾ ਤੇਰਾ ਧਰਮ ਤੈਨੂੰ 2 ਵਕਤ ਨੇਮ ਸੰਭਾਲਣ ਦੀ ਕਰਦਾ, ਤੇ ਤੂੰ 2 ਵਕਤ ਵਿੱਚੋਂ 1 ਵਕਤ ਦਾ ਨੇਮ ਆਪਣਾ ਗੁਰੂ ਘਰ ਸੰਭਾਲ, ਨੇਮ ਦੋਵੇਂ ਵਕਤ ਦੇ ਸੰਭਾਲ, ਪਰ ਇੱਕ ਗੁਰੂ ਘਰ ਸਾਂਭ ਲਾ ਤੇ ਇੱਕ ਆਪਣਾ ਘਰ ਬੈਠ ਕੇ ਉਸ ਅਕਾਲ ਪੁਰਖ ਦੀ ਆਰਾਧਨਾ ਕਰਦਾ ਹੋਇਆ ਫਿਰ ਸੰਭਾਲ ਲਾ। ਪਰ ਇੱਕ ਵਕਤ ਚੱਲ ਕੇ ਗੁਰੂ ਘਰ ਤੇ ਆ,
ਜੇ ਮਹੀਨੇ ਬਾਅਦ ਤੈਨੂੰ ਗੁਰੂ ਚੇਤੇ ਆਉਂਦਾ ਹੈ, ਧਰਮ ਸਥਾਨ ਚੇਤੇ ਆ ਜਾਂਦਾ, ਸੱਜਣਾ ਮਹੀਨਾ ਤੇ ਰੋਜ਼ ਹੀ ਨਵਾਂ ਹੈ। ਕੋਈ ਦਿਨ ਪੁਰਾਣਾ ਜਿਹੜਾ ਦਿਨ ਅਸੀਂ ਕਹਿ ਦਈਏ ਜੀ ਇਹ ਦੁਬਾਰਾ ਆਇਆ ਹੈ। ਜੇ ਆਪਾਂ ਇਹ ਕਹਿੰਨੇ ਜੀ ਨਵੇਂ ਮਹੀਨਾ ਚੜ੍ਹਦੇ ਆ ਅਸੀਂ ਜਾਣਾ ਧਰਮ ਅਸਥਾਨ ਤੇ, 1 ਤਰੀਕ ਨੂੰ ਅਸੀਂ ਧਰਮ ਅਸਥਾਨ ਤੇ ਜਾਣਾ, ਤੇ 2 ਤਰੀਕ ਵੀ ਤੇ ਮਹੀਨੇ ਬਾਅਦ ਹੀ ਆਈ ਹੈ। ਹਰ ਤਰੀਕ 1 ਤੋਂ ਲੈ ਕੇ 30 ਤੱਕ, 1 ਤੋਂ ਲੈ ਕੇ 31 ਤੱਕ, ਕਿਹੜੀ ਤਰੀਕ ਜਿਹੜੀ ਦੂਜੀ ਵਾਰੀ ਆਈ 1 ਮਹੀਨੇ 'ਚ? ਸਾਰੀਆਂ ਤਰੀਕਾਂ 1 ਮਹੀਨੇ ਬਾਅਦ ਹੀ ਪਲਟ ਕੇ ਆਈ ਹੈ। ਸੱਜਣਾ ਜੇ ਪਹਿਲੀ ਤੋਂ ਪਹਿਲੀ ਤੈਨੂੰ ਰੱਬ ਚੇਤੇ ਆਉਂਦਾ ਤੇ ਫਿਰ ਦੂਜੀ ਤੋਂ ਦੂਜੀ ਵੀ ਰੱਬ ਚੇਤੇ ਆਵੇ ਨਾ, ਧਰਮ ਸਥਾਨ ਚੇਤੇ ਆਵੇ, ਉਹ ਵੀ 1 ਮਹੀਨਾ ਗੁਜ਼ਾਰ ਕੇ ਫੇਰ ਹੀ ਪਰਤੀ ਹੈ। ਤੇਰੇ ਲਈ ਤੇ ਰੋਜ਼ ਮਹੀਨਾ ਨਵਾਂ। ਇਸ ਲਈ ਕੋਸ਼ਿਸ਼ ਸਾਡੀ ਇਹ ਹੋਵੇ ਕਿ ਅਸੀਂ ਆਪਣਾ ਨੇਮ ਜਿਹੜਾ ਉਹਨੂੰ ਚੰਗੇ ਤਰੀਕੇ, ਚੰਗੇ ਢੰਗ ਦੇ ਨਾਲ ਸੰਭਾਲ ਸਕੀਏ। ਉਠ ਫਰੀਦਾ ਉਜੂ ਸਾਜ, ਸੁਬਹ ਨਿਵਾਜ਼ ਗੁਜ਼ਾਰ। ਫਿਰ ਕਹਿੰਦੇ ਉਠ ਫਰੀਦਾ ਉਜੂ ਸਾਜ, ਸੁਬਹ ਨਿਵਾਜ਼ ਗੁਜ਼ਾਰ। ਉਜੂ ਦਾ ਮਤਲਬ ਹੁੰਦਾ ਨਵਾਜ਼ ਅਦਾ ਕਰਨ ਤੋਂ ਪਹਿਲਾਂ ਆਪਣੇ ਹੱਥ ਪੈਰ ਨੂੰ ਸੁੱਚਿਆਂ ਕਰਨਾ, ਉਹਨੂੰ ਕਹਿੰਦੇ ਉਜ਼ੂ, ਜਿਹਨੂੰ ਆਪਾਂ 5 ਇਸ਼ਨਾਨਾ ਨਾਮ ਦਿੰਦੇ ਹਾਂ। ਭਾਵ ਆਪਣਾ ਮੁਖ, ਆਪਣੇ ਹੱਥ ਤੇ ਆਪਣੇ ਪੈਰਾਂ ਨੂੰ ਪਖਾਲ ਲੈਣਾ, ਧੋ ਲੈਣਾ। ਬਾਬਾ ਫਰੀਦ ਜੀ ਕਹਿੰਦੇ ਉੱਠ ਫਰੀਦਾ ਉਜੂ ਸਾਜ। ਉਜੂ ਸਾਜ ਭਾਵ ਆਪਣੇ ਹੱਥ ਪੈਰ ਪਖਾਲ ਹੋਣ। ਸੁਬਹ ਨਿਵਾਜ਼ ਗੁਜ਼ਾਰ, ਤੇਰੀ ਨਵਾਜ਼ ਦਾ ਸਮਾਂ ਹੋ ਗਿਆ, ਤੇਰੇ ਨੇਮ ਦਾ ਸਮਾਂ ਹੋ ਗਿਆ, ਹੁਣ ਸੰਭਾਲ। ਆਪਣੇ ਜਿਵੇਂ ਤੇਰਾ ਧਰਮ ਕਹਿੰਦਾ ਉਵੇਂ ਧਰਮ ਦੇ ਨਿਯਮਾਂ ਮੁਤਾਬਕ, ਜਿਹੜਾ ਧਰਮ ਤੇਰੇ ਕੋਲ ਹੈ ਮੁਬਾਰਕ ਹੈ, ਪਰ ਆਪਣੇ ਧਰਮ ਦੇ ਨਿਯਮ ਮੁਤਾਬਕ ਹੁਣ ਆਪਣੇ ਨੇਮ ਨੂੰ ਸੰਭਾਲ। ਉਜੂ ਸਾਜ। ਹਰ ਧਰਮ ਦੇ ਵਿੱਚ ਆਪਾਂ ਕਿਸੇ ਧਰਮ ਨੂੰ ਨਹੀਂ ਕਹਿ ਸਕਦੇ ਵੀ ਇਸ ਧਰਮ ਵਿੱਚ ਆ ਉਜੂ ਨਹੀਂ ਕੀਤਾ ਜਾਂਦਾ, ਬਸ ਨਾਮ ਵੱਖਰੇ ਦੇ ਦਿੱਤੇ ਗਏ ਨੇ। ਉਜੂ ਤੇ ਹਰ ਧਰਮ ਵਿੱਚ ਕੀਤਾ ਜਾਂਦਾ ਹੈ, ਸਾਜਿਆ ਤੇ ਹਰ ਧਰਮ ਵਿੱਚ ਜਾਂਦਾ ਉਜੂ। ਕਿਹੜਾ ਬੰਦਾ ਜਿਹੜਾ ਆਪਣੇ ਧਰਮ ਦੇ ਨਿਯਮ ਵਿੱਚ, ਆਪਣੇ ਧਰਮ ਦੇ ਨਿਯਮ ਮੁਤਾਬਕ ਨੇਮ ਸੰਭਾਲਣ ਤੋਂ ਪਹਿਲਾਂ ਆਪਣੇ ਹੱਥਾਂ ਪੈਰਾਂ ਦੀ ਸੁੱਚਮਤਾ ਨਹੀਂ ਕਰਦਾ? ਹਰ ਧਰਮ ਕਰਦਾ, ਉਹਨੂੰ ਹੀ ਉਜੂ ਕਹਿੰਦੇ ਨੇ। ਤੇ ਬਾਬਾ ਫਰੀਦ ਜੀ ਕਹਿੰਦੇ ਭਾਈ ਉੱਠ ਹੁਣ ਉਜੂ ਸਾਜ, ਆਪਣੇ ਹੱਥ ਪੈਰ ਪਖਾਲ, ਇਹਨਾਂ ਨੂੰ ਸਾਫ਼ ਕਰ, ਇਹ ਮੈਲੇ ਨੇ, ਇਹਨਾਂ ਨੂੰ ਸਾਫ਼ ਕਰ, ਤੇ ਸਾਫ਼ ਕਰਕੇ ਤੂੰ ਹੁਣ ਆਪਣਾ ਨੇਮ ਸੰਭਾਲਣ ਦੀ ਕੋਸ਼ਿਸ਼, ਯਤਨ ਕਰ। ਇੱਥੇ ਤਰਕ ਵਾਲੀ ਬਾਤ ਨਹੀਂ ਹੈ ਵੀ ਹੱਥ ਪੈਰ ਜਿਹੜੇ ਉਹ ਪਾਣੀ ਨਾਲ ਸੁੱਚੇ ਹੋ ਜਾਣਗੇ। ਬਾਤ ਇਹ ਹੈ ਵੀ ਹੱਥ ਪੈਰ ਪਾਣੀ ਨਾਲ ਸਾਫ਼ ਹੋ ਜਾਣ। ਤੂੰ ਸਾਫ਼ ਕਰ, ਮੈਲੇ ਨੇ ਹੱਥ, ਮਿੱਟੀ ਲੱਗੀ ਹੈ ਇਹਨਾਂ ਤੇ, ਹੋਰ ਕਈ ਤਰ੍ਹਾਂ ਦੇ ਪਦਾਰਥ ਹੋ ਸਕਦਾ ਕੀਟਾਣੂ ਲੱਗੇ ਨੇ, ਇਹਨਾਂ ਨੂੰ ਤੂੰ ਪਖਾਲ, ਸਾਫ਼ ਕਰ। ਸਾਫ਼ ਕਰਕੇ ਤੇ ਤੂੰ ਆਪਣੇ ਨੇਮ ਨੂੰ ਸੰਭਾਲਣ ਦੀ ਕੋਸ਼ਿਸ਼ ਤੇ ਯਤਨ ਕਰ। ਕਿਉਂਕਿ ਨਾਲ ਦੂਜਾ ਪੱਖ ਬਾਬਾ ਕਬੀਰ ਜੀ ਇਹ ਵੀ ਕਹਿੰਦੇ ਨੇ, ਕਹੋ ਪੰਡਤ ਸੂਚਾ ਕਵਣ ਥਾਉ, ਜਹਾਂ ਬੈਸੋਂ ਭੋਜਨ ਖਾਉ। ਮਾਤਾ ਝੂਠੀ ਪਿਤਾ ਪੀ, ਝੂਠਾ ਝੂਠੇ ਹੀ ਫਲ ਲਾਗੇ, ਆਵੇ ਝੂਠੇ ਜਾਹੇ ਪੀ ਝੂਠੇ, ਝੂਠੇ ਮਰੇ ਅਭਾਗੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਨੇ ਭਾਈ ਸੋਚ ਹੋਵੇ ਤਾਂ, ਸੋਚ ਹੁੰਦੀ ਹੋਈ ਤਾਂ ਹੈ, ਸੱਚ ਪਾਈਏ ਜਦੋਂ ਸੱਚ ਮਿਲ ਜਾਏ। ਉਦੋਂ ਪਹਿਲਾਂ ਸੁੱਚਮਤਾ ਕਿੱਥੇ? ਉਦੋਂ ਪਹਿਲਾਂ ਤੇ ਸਾਡੇ ਕੋਲ ਸਾਡੇ ਸਾਫ਼ ਹੱਥ ਨੇ ਕਿ ਅਸੀਂ ਪਾਣੀ ਨਾਲ ਧੋਲੇ, ਹੱਥ ਸਾਫ਼ ਹੋ ਗਏ, ਪਾਣੀ ਨਾਲ ਅਸੀਂ ਹੱਥਾਂ ਨੂੰ ਧੋ ਲਿਆ, ਪੈਰਾਂ ਨੂੰ ਧੋ ਲਿਆ, ਸਾਡੇ ਹੱਥ ਪੈਰ ਮੁੱਖ ਸਾਡਾ ਸਾਫ਼ ਹੋ ਗਿਆ। ਅਸੀਂ ਇਹ ਨਹੀਂ ਕਹਿ ਸਕਦੇ ਮੁੱਖ ਸਾਡਾ ਸੁੱਚਾ ਹੋ ਗਿਆ, ਹੱਥ ਸਾਡੇ ਸੁੱਚੇ ਹੋ ਗਏ, ਪੈਰ ਸਾਡੇ ਸੁੱਚੇ ਹੋ ਗਏ। ਨਹੀਂ, ਸਾਫ਼ ਹੋਏ ਨੇ। ਸੁੱਚੇ ਤੇ ਉਦਣ ਹੋਣਗੇ ਜਿੱਦਣ ਇਹਨਾਂ ਕੋਲ ਸੱਚ ਆ ਜਾਏਗਾ। ਸੁੱਚਮਤਾ ਤੇ ਉਦਣ ਹੈ ਜਿੱਦਣ ਮੇਰੀ ਜ਼ੁਬਾਨ ਝੂਠ ਬੋਲਣਾ ਛੱਡ ਦੇਏਗੀ, ਉਦਣ ਮੈਂ ਕਹਾਂਗਾ ਵੀ ਅੱਜ ਮੇਰਾ ਮੁਖ ਸੁੱਚਾ। ਜਿੱਦਣ ਮੇਰੀ ਜ਼ੁਬਾਨ ਮੰਦਾ ਬੋਲਣਾ ਛੱਡ ਦੇਗੀ, ਜਿੱਦਣ ਮੇਰੀ ਜ਼ੁਬਾਨ ਉਸਤਤ ਤੇ ਨਿੰਦਿਆ ਕਰਨੀ ਛੱਡ ਦੇਗੀ, ਉਦਣ ਮੇਰੀ ਜ਼ੁਬਾਨ ਸੁੱਚੀ ਹੈ। ਉਦੋਂ ਪਹਿਲਾਂ ਮੈਂ ਭਾਵੇਂ ਰੋਜ਼ ਧੋਂਦਾ ਰਵਾਂ, ਸਾਫ਼ ਤੇ ਕਰ ਲਾਂਗਾ, ਪਰ ਸੁੱਚਿਆ ਨਹੀਂ ਮੈਂ ਕਰ ਸਕਦਾ। ਹੱਥ ਮੇਰੇ ਜਿੰਨਾ ਚਿਰ ਪਰਾਇਆ ਹੱਕ ਮਾਰਨੋਂ ਹਟਦੇ ਹੀ ਨਹੀਂ। ਮੈਂ 50 ਵਾਰੀ ਧੋਲਾਂ ਭਾਵੇਂ ਦਿਨ 'ਚ, 100 ਵਾਰੀ ਧੋਲਾਂ,
ਆ ਜਿੱਦਾਂ ਦੇ ਹੁਣ ਹਾਲਾਤ ਲੰਘੇ ਨੇ, ਆਪਾਂ ਨੂੰ ਬਕਾਇਦਾ ਡਾਕਟਰਸ ਨੇ ਇੱਥੋਂ ਤੱਕ ਕਹਿਤਾ ਸੀ ਵੀ ਭਾਈ 1 ਘੰਟੇ ਬਾਅਦ ਤੁਸੀਂ ਆਪਣੇ ਹੱਥਾਂ ਨੂੰ 20 ਸੈਕਿੰਡ ਤੱਕ ਧੋਣਾ ਹੈ, ਤੇ ਅਸੀਂ ਕਿਹੜਾ ਹੱਥ ਸੁੱਚੇ ਕਰ ਲਏ? ਧੋਤੇ ਹੀ ਨੇ, ਸਾਫ਼ ਕੀਤੇ ਅਸੀਂ, ਤੇ ਵੀ ਕਿਤੇ ਉਹ ਬਿਮਾਰੀ ਸਾਨੂੰ ਅਸੀਂ ਬਿਮਾਰੀ ਨੂੰ ਸਹੇੜ ਨਾ ਬੈਠੀਏ। ਬਿਮਾਰੀ ਤੋਂ ਬਚਣ ਲਈ ਅਸੀਂ ਆਪਣੇ ਹੱਥ ਸੁੱਚੇ ਸਾਫ਼ ਕਰਦੇ ਰਹੇ, ਧੋਂਦੇ ਰਹੇ। ਤੇ ਸੱਜਣਾ, ਜਿਹੜੀਆਂ ਅਧਿਆਤਮਕ ਬਿਮਾਰੀਆਂ ਲੱਗੀਆਂ ਨੇ ਉਹਨਾਂ ਨੂੰ ਵੀ ਤੇ ਉਹਨਾਂ ਤੋਂ ਬਚਾਅ ਦੇ ਲਈ ਕਦੇ ਇਹਨਾਂ ਨੂੰ ਸੁੱਚੇ ਵੀ ਕਰ ਲਾ। ਉਹ ਤੇ ਤੂੰ ਹਜੇ ਨਹੀਂ ਹਟਦਾ। ਠੱਗੀ ਵੀ ਮਾਰੀ ਜਾਂਦਾ, ਰਿਸ਼ਵਤ ਵੀ ਲਈ ਜਾਂਦਾ, ਵੱਡੀ ਵੀ ਖਾਧੀ ਜਾਂਦਾ, ਤੇ ਤੂੰ ਪਰਾਇਆ ਹੱਕ ਵੀ ਮਾਰੀ ਜਾਂਦਾ, ਗਰੀਬਾਂ ਉੱਤੇ ਜ਼ੁਲਮ ਵੀ ਕਰੀ ਜਾਂਦਾ, ਅਤਿਆਚਾਰ ਵੀ ਕਰੀ ਜਾਂਦਾ, ਤੇ ਮੁੜ ਕੇ ਤੂੰ ਹੱਥਾਂ ਨੂੰ ਧੋ ਕੇ ਆਖੇ ਵੀ ਮੈਂ ਸੁੱਚਾ ਹੋ ਗਿਆ। ਕਿੱਥੇ ਤੇਰੀ ਸੁੱਚਮਤਾ? ਏਦਾਂ ਹੀ ਪੈਰਾਂ ਦੀ ਬਾਤ ਹੈ। ਅਸੀਂ ਲੱਖ ਧੋ ਲਈਏ, ਪੈਰ ਸਾਫ਼ ਕਰ ਲਾਂਗੇ, ਲੱਗੀ ਗੰਦਗੀ ਉਤਾਰ ਲਾਂਗੇ, ਪਰ ਸੁੱਚੇ ਨਹੀਂ ਹੁੰਦੇ ਜਿੰਨਾ ਚਿਰ ਇਹਨਾਂ ਪੈਰਾਂ ਨੂੰ ਧਰਮ ਅਸਥਾਨ ਵੱਲ ਜਾਣ ਦੀ ਜਾਂਚ ਨਹੀਂ ਆ ਜਾਂਦੀ ਤੇ ਮੰਦੇ ਪਾਸੇ ਜਾਣ ਤੋਂ ਇਹ ਰੁਕ ਨਹੀਂ ਜਾਂਦੇ, ਉਹਨਾਂ ਚਿਰ ਪੈਰ ਵੀ ਸੁੱਚੇ ਨਹੀਂ। ਤੇ ਬਾਬਾ ਫਰੀਦ ਜੀ ਕਹਿੰਦੇ, ਉੱਠ ਫਰੀਦਾ ਉਜੂ ਸਾਜ, ਤੂੰ ਆਪਣੇ ਹੱਥਾਂ ਪੈਰਾਂ ਨੂੰ ਸੁਥਰਾ ਕਰ, ਉਜੂ ਸਾਜ, ਤੇ ਸੁਬਹਾ ਨਿਵਾਜ ਗੁਜ਼ਾਰ। ਆਪਣੀ ਨਵਾਜ਼ ਅਦਾ ਕਰਨ ਦਾ ਤੇਰਾ ਸਮਾਂ ਹੋਇਆ, ਤੇ ਉਸ ਨਵਾਜ਼ ਅਦਾ ਕਰਨ ਨੂੰ ਹੁਣ ਤੂੰ ਤਿਆਰੀ ਕਰ। ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕਪ ਉਤਾਰ। ਕਿਉਂਕਿ ਜਿਹੜਾ ਸਿਰ ਤੇਰਾ ਸਾਈਂ ਅੱਗੇ ਨਿਵਿਆ ਹੀ ਨਹੀਂ, ਰੱਬ ਅੱਗੇ ਝੁਕਿਆ ਹੀ ਨਹੀਂ, ਉਹ ਸਿਰ ਦਾ ਕੀ ਕਰਨਾ। ਹੁਣ ਇੱਥੇ ਸਿਰ ਵੱਢ ਕੇ ਰੱਖਣ ਤੋਂ ਭਾਵ ਇਹ ਹੈ ਵੀ ਤੇਰਾ ਜਨਮ ਵਿਨਾਸ਼ ਹੈ। ਸਾਈਂ ਅੱਗੇ ਨਿਵ ਹੀ ਨਹੀਂ ਰਿਹਾ, ਤੂੰ ਤੇ ਰੱਬ ਦਾ ਸ਼ੁਕਰ ਕਰ ਹੀ ਨਹੀਂ ਰਿਹਾ। ਇਸ ਲਈ ਤੇਰੇ ਕੋਲ ਜੀਵਨ ਹੈ, ਇਹਨੂੰ ਸੌਖੇ ਜਿਹੇ ਲਫ਼ਜ਼ਾਂ 'ਚ ਸਮਝ ਲਈਏ, ਤੇਰੇ ਕੋਲ ਮਨੁੱਖਾ ਜਨਮ ਹੈ। ਇਸ ਜਨਮ ਦੇ ਅੰਦਰ ਤੂੰ ਆਪਣੇ ਧਰਮ ਮੁਤਾਬਕ ਅਕਾਲ ਪੁਰਖ ਦੀ ਆਰਾਧਨਾ ਕਰ, ਤੇ ਜੇ ਤੂੰ ਆਪਣੇ ਧਰਮ ਮੁਤਾਬਕ ਅਕਾਲ ਪੁਰਖ ਦੀ ਆਰਾਧਨਾ ਨਹੀਂ ਕਰ ਰਿਹਾ ਤੇ ਤੇਰਾ ਜਨਮ ਵਿਨਾਸ਼ ਹੈ, ਕਿਸੇ ਕੰਮ ਦਾ ਨਹੀਂ। ਫਿਰ ਤੇ ਜਿਹਾ ਆਇਆ ਤੇਹਾ ਨਾ ਆਇਆ। ਫਿਰ ਤੇ ਇਹ ਸੀ, ਕਦੇ ਭਾਈ ਗੁਰਦਾਸ ਜੀ ਨੂੰ ਜਦੋਂ ਪੜ੍ਹੋਗੇ ਨਾ ਤੇ ਉਹਨਾਂ ਜ਼ਿਕਰ ਪਤਾ ਕੀ ਕੀਤਾ ਸੀ? ਅਕਾਲ ਪੁਰਖ ਪਰਮੇਸ਼ਵਰ ਅੱਗੇ ਧਰਤੀ ਨੇ ਅਰਜ਼ੋਈ ਕੀਤੀ, ਤੇ ਅਰਜ਼ੋਈ ਕਰਦਿਆਂ ਧਰਤੀ ਨੇ ਰੱਬ ਨੂੰ ਆਖਿਆ ਸੀ, ਰੱਬਾ ਕਿਰਪਾ ਕਰ, ਹੁਣ ਕਿਤੇ ਮੇਰੇ ਤੋਂ ਭਾਰ ਹੌਲਾ ਕਰ ਦੇ, ਹਲਕਾ ਕਰ ਦੇ, ਮੈਂ ਭਾਰੀ ਬੜੀ ਹੋ ਗਈ, ਮੇਰੇ ਤੋਂ ਇੰਨਾ ਭਾਰ ਸੰਭਾਲਿਆ ਨਹੀਂ ਜਾਂਦਾ। ਤੇ ਰੱਬ ਨੇ ਸਵਾਲ ਕੀਤੇ ਸੀ ਧਰਤੀ ਅੱਗੇ, ਜਿਵੇਂ ਭਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ। ਰੱਬ ਨੇ ਪੁੱਛਿਆ ਧਰਤੀ ਨੂੰ ਵੀ ਤੈਨੂੰ ਦੱਸ ਭਾਰਾ ਕੀ ਲੱਗਦਾ, ਤੈਨੂੰ ਪਰਬਤ ਭਾਰੇ ਲੱਗਦੇ, ਤੈਨੂੰ ਰੁੱਖ ਪੇੜ ਪੌਦੇ ਭਾਰੇ ਲੱਗਦੇ, ਤੈਨੂੰ ਪਾਣੀ ਦੇ ਸੋਮੇ ਭਾਰੇ ਲੱਗਦੇ, ਤੈਨੂੰ ਇਮਾਰਤਾਂ ਭਾਰੀਆਂ ਲੱਗਦੀਆਂ, ਜਾਂ ਤੈਨੂੰ ਖਾਨਾਂ ਭਾਰੀਆਂ ਲੱਗਦੀਆਂ, ਜਾਂ ਹੋਰ ਵਸਤੂਆਂ ਪਦਾਰਥ ਜਿਹੜੇ ਬਣਾਏ ਮੈਂ ਉਹ ਭਾਰੇ ਲੱਗਦੇ ਨੇ, ਦੱਸ ਤੈਨੂੰ ਭਾਰਾ ਕੀ ਲੱਗਦਾ ਹੈ। ਤੇ ਧਰਤੀ ਨੇ ਬੜੇ ਸਾਫ਼ ਲਫ਼ਜ਼ਾਂ 'ਚ ਜਵਾਬ ਦਿੱਤਾ ਸੀ, ਰੱਬ ਜੀ ਮੈਨੂੰ ਉਹ ਭਾਰੇ ਲੱਗਦੇ ਜਿਹੜੇ ਨਾ ਸ਼ੁਕਰੇ ਬਣ ਚੁੱਕੇ ਨੇ, ਜਿਹੜੇ ਅਕਿਰਤ ਘਣ ਬਣ ਚੁੱਕੇ ਨੇ, ਮੈਨੂੰ ਉਹਨਾਂ ਦਾ ਭਾਰ ਹੈ। ਤੇ ਦਿਨ ਬਾ ਦਿਨ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਘਟ ਨਹੀਂ ਰਹੀ। ਨਾ ਸ਼ੁਕਰਿਆਂ ਦੀ ਗਿਣਤੀ ਦਿਨ ਬਾ ਦਿਨ ਵੱਧਦੀ ਜਾ ਰਹੀ ਹੈ। ਰੱਬ ਜੀ ਉਹ ਤੇ ਤੇਰੇ ਕੋਲੋਂ ਲੈ ਕੇ ਤੇਰੇ ਅਕਿਰਤ ਘਣ ਬਣ ਗਏ। ਬੰਦੇ ਤੇ ਇਹਨਾਂ ਕੀ ਭਰੋਸਾ ਕਰਨਾ, ਬੰਦੇ ਦਾ ਇਹਨਾਂ ਸ਼ੁਕਰ ਕੀ ਗੁਜ਼ਾਰਨਾ। ਇਹ ਤੇ ਤੇਰਾ ਸ਼ੁਕਰ ਨਹੀਂ ਗੁਜ਼ਾਰ ਸਕੇ, ਤੇਰੇ ਤੋਂ ਲੈ ਕੇ ਅਕਿਰਤ ਘਣ ਬਣਦੇ ਜਾ ਰਹੇ। ਤੇ ਤਾਵੇਂ ਹੀ ਨੇ, ਕੋਈ ਵਿਰਲਾ ਹੀ ਹੈ ਜਿਹੜਾ ਰੱਬ ਕੋਲੋਂ ਲੈ ਕੇ ਰੱਬ ਦਾ ਸ਼ੁਕਰ ਗੁਜ਼ਾਰਦਾ। ਨਹੀਂ ਤੇ ਸਾਡੀ ਗਿਣਤੀ ਪਤਾ ਕਿੰਨਾ ਚਾਹੁੰਦੀ, ਕੇਤੇ ਲਹਿ ਲੈ ਮੁਕਰ ਬਾਹੇ, ਕੇਤੇ ਮੂਰਖ ਖਾਹੀ ਖਾਹੇ। ਇਹਨਾਂ 'ਚ ਸਾਡੀ ਗਿਣਤੀ ਆਏਗੀ, ਕਿਉਂਕਿ ਅਸੀਂ ਲੈ ਕੇ ਮੁਕਰਨ ਵਾਲੇ ਹੀ ਹਾਂ। ਆਪਣੇ ਮਨਾਂ 'ਚ ਵੇਖ ਲਓ, ਝਾਤ ਮਾਰ ਕੇ, ਕਿਸੇ ਨਾ ਕਿਸੇ ਗੱਲ ਨੂੰ, ਚੀਜ਼ ਨੂੰ ਲੈ ਕੇ ਅਸੀਂ ਰੱਬ ਅੱਗੇ ਕਹਿ ਹੀ ਦਿੱਤਾ, ਰੱਬਾ ਤੂੰ ਦਿੱਤਾ ਕੀ ਸਾਨੂੰ। ਕੋਈ ਐਸਾ ਇਨਸਾਨ ਸ਼ਾਇਦ ਹੋਵੇ ਜਿਨੇ ਕਦੇ ਰੱਬ ਨੂੰ ਇਹ ਉਲਾਮਾ ਨਾ ਦਿੱਤਾ ਹੋਵੇ, ਰੱਬਾ ਤੂੰ ਮੈਨੂੰ ਦਿੱਤਾ ਹੀ ਕੀ ਹੈ। ਸਾਰਾ ਕੁਝ ਮਿਲਿਆ, ਮਿਲਣ ਦੇ ਬਾਵਜੂਦ ਭੋਗਿਆ ਵੀ, ਭੋਗ ਕੇ ਭੋਗਣ ਤੋਂ ਬਾਅਦ ਵਿੱਚ ਫਿਰ ਕਹਿਤਾ ਰੱਬਾ ਤੂੰ ਦਿੱਤਾ ਹੀ ਕੀ ਹੈ।
ਨਾ ਸ਼ੁਕਰੇ ਨਹੀਂ ਤੇ ਹੋਰ ਕੀ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਭਾਈ ਖਿਆਲ ਕਰ, ਜੇ ਤੂੰ ਨਵਾਜ਼ ਅਦਾ ਨਹੀਂ ਕਰ ਸਕਿਆ, ਭਾਵ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਿਆ ਨਾ, ਤੇਰਾ ਸਿਰ ਉਸ ਸਾਈਂ ਅੱਗੇ ਨਾ ਨਿਵਿਆ, ਤੇ ਏਦਾਂ ਕਰ ਸਿਰ ਕੱਟ ਕੇ ਸੁੱਟ ਦੇ, ਰੱਖ ਦੇ ਕੱਟ ਕੇ, ਹੈ ਹੀ ਨਹੀਂ ਕਿਸੇ ਕੰਮ ਦਾ। ਭੱਟ ਜਲਪ ਜੀ ਪਤਾ ਕੀ ਕਹਿੰਦੇ, ਸਕਿਆਥ ਸੋ ਸਿਰ ਜਲਪ ਭਣੈ, ਉਹ ਸਿਰ ਸਫਲ ਹੈ, ਇਹ ਜਲਪ ਆਖ ਰਿਹਾ। ਕਿਹੜਾ ਸਿਰ? ਜਿਹੜਾ ਨਿਤਾ ਪ੍ਰਤੀ ਗੁਰੂ ਅਮਰਦਾਸ ਪਾਤਸ਼ਾਹ ਅੱਗੇ ਨਿਵ ਰਿਹਾ, ਝੁਕ ਰਿਹਾ ਜਿਹੜਾ। ਤੇ ਭਾਈ ਗੁਰਦਾਸ ਜੀ ਕਹਿੰਦੇ ਤ੍ਰਿਗ ਸੋ ਸਿਰ, ਜਿਹੜਾ ਸਿਰ ਗੁਰੂ ਦੇ ਚਰਨਾਂ ਨਾਲ ਲੱਗਦਾ ਹੀ ਨਹੀਂ, ਜਿਹੜਾ ਗੁਰੂ ਅੱਗੇ ਕਦੇ ਝੁਕਿਆ ਹੀ ਨਹੀਂ। ਦੋਵੇਂ ਪੱਖ ਨੇ, ਸਫਲ ਉਹ ਜਿਹੜਾ ਝੁਕ ਗਿਆ, ਅਸਫਲ ਉਹ ਜਿਹੜਾ ਝੁਕਿਆ ਨਹੀਂ। ਤੇ ਉਹ ਜਿਹੜਾ ਅਸਫਲ ਹੈ ਨਾ, ਉਸ ਸਿਰ ਨੂੰ ਬਾਬਾ ਫਰੀਦ ਜੀ ਕਹਿੰਦੇ ਕੱਪ ਉਤਾਰ, ਕੱਟ ਕੇ ਸੁੱਟ ਦੇ, ਹੈ ਨਹੀਂ ਕਿਸੇ ਕੰਮ ਦਾ। ਇਦੋਂ ਤੇ ਤੂੰ ਫਿਰ ਆਪਣਾ, ਆਪਾਂ ਕਹਿ ਸਕਦੇ ਆ ਵੀ ਮਨੁੱਖਾ ਜਨਮ ਹੀ ਤੈਨੂੰ ਨਾ ਮਿਲਦਾ ਤੇ ਤੂੰ ਚੰਗਾ ਸੀ, ਕੰਮ ਤੇ ਤੂੰ ਪਸ਼ੂਆਂ ਵਾਲੇ ਹੀ ਕਰਨੇ ਸੀ। ਤੇ ਜੇ ਪਸ਼ੂਆਂ ਵਾਲੇ ਹੀ ਕਾਰਜ ਕਰਨੇ, ਫਿਰ ਤੂੰ ਪਸ਼ੂ ਹੀ ਬਣ ਕੇ ਰੱਬ ਦੇ ਅੱਗੇ ਇਨਸਾਨ ਬਣਨ ਦੀ ਅਰਜ਼ੋਈ ਤਾਂ ਨਾ ਕਰਦਾ ਵੀ ਰੱਬਾ ਮੈਨੂੰ ਇਨਸਾਨ ਬਣਾ ਕੇ ਭੇਜ, ਮੈਂ ਤੇਰੀ ਆਰਾਧਨਾ ਕਰਾਂਗਾ, ਮੈਨੂੰ ਇਨਸਾਨ ਬਣਾ ਕੇ ਭੇਜ, ਮੈਂ ਤੇਰਾ ਚਿੰਤਨ ਕਰਾਂਗਾ, ਮੈਨੂੰ ਇਨਸਾਨ ਬਣਾ ਕੇ ਭੇਜ, ਮੈਂ ਆਪਣੇ ਜੀਵਨ ਨੂੰ ਸਫਲ ਕਰਕੇ ਆਵਾਂਗਾ। ਰੱਬ ਨੇ ਸੁਣ ਲਈ ਬੇਨਤੀ, ਪ੍ਰਵਾਨ ਕਰ ਲਈ, ਉਹਨੇ ਇਨਸਾਨ ਬਣਾਤਾ। ਹੁਣ ਇੱਥੇ ਆਇਆ, ਇੱਥੇ ਮਾਲਕ ਪਾਤਸ਼ਾਹ ਜੀ ਨੇ ਫਿਰ ਸਾਨੂੰ ਸਮਝਾਇਆ, ਬਾਣੀ ਚ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਆਇਆ ਤਾਂ ਤੂੰ ਇਹ ਕਰਨ ਸੀ, ਹੁਣ ਤੂੰ ਕੀ ਕਰ ਰਿਹਾ? ਲੱਗਾ ਕਿਤ ਕੁ ਫੱਕੜੇ, ਸਭ ਮੁੱਕਦੀ ਚੱਲੀ ਰਹਿਣ, ਆ ਤੇਰੀ ਜ਼ਿੰਦਗੀ ਲੰਘ ਰਹੀ ਹੈ, ਤੂੰ ਲਾਹਾ ਖੱਟਣ ਆਇਆ ਸੀ, ਤੂੰ ਦਿਨ ਬ ਦਿਨ ਹਾਨੀ ਖੱਟੀ ਜਾਂਦਾ। ਲਾਭ ਤੇ ਤੂੰ ਖੱਟਿਆ ਹੀ ਨਹੀਂ। ਪ੍ਰੋਫਿਟ ਕਿਸ ਜਗ੍ਹਾ ਦੇ ਉੱਤੇ ਹੈ ਇਨਸਾਨ ਦਾ? ਇਹ ਇਨਸਾਨ ਕੇਵਲ ਮਾਇਕ ਪਦਾਰਥਾਂ ਦੇ ਮੋਹ ਵਿੱਚ ਫਸਿਆ, ਮਾਇਕ ਪਦਾਰਥਾਂ ਵਿੱਚ ਗਰਸਿਆ, ਮਾਇਕ ਪਦਾਰਥ ਖੱਟ ਖੱਟ ਕੇ ਕਮਾ ਕਮਾ ਜੋੜੀ ਜਾਂਦਾ, ਜੋੜ ਜੋੜ ਕੇ ਕਹਿ ਰਿਹਾ ਮੈਂ ਦਿਨ ਬ ਦਿਨ ਤਰੱਕੀ ਕਰ ਰਿਹਾ। ਉਹ ਸੱਜਣਾ ਸਰੀਰਕ ਤੌਰ ਤੇ ਹੀ ਤਰੱਕੀ ਕਰ ਰਿਹਾ, ਕਦੇ ਜੀਵਨ ਵੱਲ ਝਾਤ ਮਾਰ ਕੇ ਵੇਖ, ਪਾਤਾਲ ਤੋਂ ਵੀ ਹੇਠਾਂ ਡਿੱਗਿਆ ਪਿਆ। ਆਪਣੇ ਮਨ 'ਚ ਝਾਤ ਦੇ ਮਾਰ ਕੇ ਵੇਖ ਕਿੰਨੀ ਕੁ ਤਰੱਕੀ ਕੀਤੀ ਤੂੰ। ਤਰੱਕੀ ਕੀਤੀ ਹੈ ਕਿ ਦਿਨ ਬ ਦਿਨ ਘਾਟਾ ਹੀ ਖਾਦਾ? ਤਰੱਕੀ ਕੀਤੀ ਹੈ, ਪ੍ਰੋਫਿਟ ਖੱਟਿਆ ਕਿ ਦਿਨ ਬ ਦਿਨ ਲਾਸ ਹੀ ਕਮਾਇਆ? ਹੇਠਾਂ ਨੂੰ ਗਿਆ ਕਿ ਉਤਾਂ ਨੂੰ ਆਇਆ? ਜੇ ਤੇ ਸੰਸਾਰਕ ਜੀਵਨ ਵੇਖਾਂਗੇ ਤੇ ਫਿਰ ਤੇ ਕਹਿਣਾ ਪਏਗਾ ਵੀ ਇਨਸਾਨ ਨੇ ਬੜੀ ਤਰੱਕੀ ਕੀਤੀ, ਇਹ ਬੜਾ ਉਤਾਂ ਆਇਆ ਜੀ, ਇਹਨੇ ਬਹੁਤ ਕੁਝ ਬਦਲ ਲਿਆ ਆਪਣੇ ਜੀਵਨ ਦਾ। ਪਰ ਜੇ ਅਧਿਆਤਮਿਕ ਜੀਵਨ ਵੇਖਾਂਗੇ ਤੇ ਫਿਰ ਇਹ ਕਹਿਣਾ ਪਏਗਾ ਮਨੁੱਖ ਜਿੰਨਾ ਘਾਟਾ ਵੀ ਕਿਸੇ ਨਹੀਂ ਖਾਦਾ। ਇਸ ਗੱਲ ਨੂੰ ਪਰਖਣਾ ਹੋਵੇ ਨਾ, ਤੇ ਆਪਾਂ ਆਪਣੇ ਰੋਜ਼ਾਨਾ ਦੇ ਜੀਵਨ ਚੋਂ ਹੀ ਪਰਖ ਸਕਦੇ ਹਾਂ। ਇੱਕ ਸਮਾਂ ਉਹ ਹੈ ਜਦੋਂ ਕੋਈ ਮੋਟਰ ਵਹੀਕਲ ਨਹੀਂ ਸੀ ਤੇ ਬੰਦਾ ਪ੍ਰੇਮ ਚ ਨਾ ਰੋਜ਼ਾਨਾ ਧਰਮ ਸਥਾਨ ਤੇ ਚੱਲ ਕੇ ਆਉਂਦਾ ਤੇ ਆ ਕੇ ਕਹਿੰਦਾ ਸੀ ਸਤਿਗੁਰੂ ਕਿਰਪਾ ਕਰਕੇ ਤੇ ਮੋਟਰ ਵਹੀਕਲ ਦੇ ਦੇ, ਮੈਂ ਜਿਹੜਾ ਰਾਹ 'ਚ ਸਮਾਂ ਮੇਰਾ ਲੱਗਦਾ ਨਾ ਆਉਣ ਲੱਗਿਆ, ਮੈਂ ਉਹ ਸਮਾਂ ਵੀ ਤੇਰੇ ਦਰ ਤੇ ਬੈਠਿਆ ਕਰਾਂਗਾ। ਰੱਬ ਨੇ ਸੁਣ ਲਈ, ਉਹਨੇ ਦੇਤਾ। ਹੁਣ ਪਤਾ ਕੀ ਹੋ ਗਿਆ, ਹੁਣ ਤੁਰਦਾ ਹੀ ਉਦੋਂ ਹੈ ਘਰੋਂ ਜਦੋਂ ਪਹੁੰਚਣ ਦਾ ਸਮਾਂ ਹੋ ਜਾਂਦਾ। ਪਹਿਲੋਂ ਬਹਾਨੇ ਨਾਲ ਘਰੋਂ ਛੇਤੀ ਤੁਰਤੇ ਪੈਂਦਾ ਸੀ ਨਾ, ਵੀ ਮੈਨੂੰ ਰਾਹ 'ਚ ਇੰਨਾ ਕੁ ਸਮਾਂ ਲੱਗਣਾ ਤੇ ਇੰਨੇ ਕੁ ਸਮੇਂ ਨੂੰ ਮੈਂ ਧਰਮ ਅਸਥਾਨ ਤੇ ਪਹੁੰਚਣਾ। ਹੁਣ ਜਦੋਂ ਪਹੁੰਚਣ ਦੀ ਵਾਰੀ ਆ ਜਾਂਦੀ ਘਰੋਂ ਹੀ ਉਦੋਂ ਤੁਰਦਾ। ਬਦਲਾਵ ਆ ਗਿਆ। ਜਿਹੜਾ ਕਹਿੰਦਾ ਸੀ ਰੋਜ਼ ਆਵਾਂਗਾ, ਹੁਣ ਉਹ ਰੋਜ਼ ਆਉਣ ਦੀ ਬਜਾਏ ਵਿੱਚ ਪਤਾ ਹੀ ਨਹੀਂ ਐਬਸੈਂਟ ਕਿੰਨੀਆਂ ਹੋਣ ਲੱਗ ਗਈਆਂ, ਕਿੰਨੇ ਨਾਗੇ ਪੈਣ ਲੱਗ ਗਏ ਵਿੱਚ। ਹੁਣ ਪਹਿਲੋਂ ਰੋਜ਼ ਤੁਰ ਕੇ ਵੀ ਆ ਜਾਣਾ ਤੇ ਆ ਕੇ ਸ਼ੁਕਰ ਕਰਨਾ ਤੇ ਨਾਲੇ ਅਰਦਾਸ ਕਰਨੀ ਵੀ ਰੱਬਾ ਮੋਟਰ ਵਹੀਕਲ ਦੇ ਰਾਹ ਵਿਚਲਾ ਸਮਾਂ ਵੀ ਤੇਰੇ ਦਰ ਤੇ ਬੈਠਾਂਗਾ।
ਉਹ ਰਾਹ ਵਿਚਲਾ ਸਮਾਂ ਤੇ ਕੀ ਬਹਿਣਾ ਸੀ ਸੱਜਣਾ, ਤੂੰ ਤੇ ਰੋਜ਼ ਆਉਣ ਵਿੱਚ ਵੀ ਕੁਤਾਈ ਕਰ ਬੈਠਾ, ਤੂੰ ਤੇ ਇੱਕ ਇੱਕ ਦੋ ਦੋ ਦਿਨ ਛੱਡ ਕੇ ਆਉਣ ਲੱਗ ਗਿਆ ਹੁਣ। ਫਿਰ ਆਖਿਆ ਰੱਬਾ ਇਹਦੇ ਤੇ ਹੁਣ ਨਾ ਆਇਆ ਨਹੀਂ ਜਾਂਦਾ, ਮੋਟਰ ਵਹੀਕਲ ਥੋੜਾ ਵਧੀਆ ਦੇ ਵੀ ਮੈਂ ਸਾਰਾ ਪਰਿਵਾਰ ਲੈ ਕੇ ਆਵਾਂ। ਪਹਿਲੋਂ 2 ਵੀਲਰ ਲਿਆ, 2 ਤੋਂ 4 ਤੇ ਆ ਗਿਆ। ਹੁਣ ਜਦੋਂ 4 ਵੀਲਰ ਮਿਲ ਗਿਆ, ਹੁਣ ਹਫ਼ਤੇ ਬਾਅਦ ਹੀ ਚੇਤਾ ਆਉਂਦਾ ਵੀ ਧਰਮ ਸਥਾਨ ਤੇ ਵੀ ਜਾਣਾ। ਕਈ ਵਾਰੀ ਮਹੀਨਾ ਵੀ ਲੰਘ ਜਾਂਦਾ, 2 ਮਹੀਨੇ ਵੀ ਲੰਘ ਜਾਂਦੇ। ਸੱਜਣਾ ਕਿੱਥੇ ਗਿਆ ਰੱਬ ਪ੍ਰਤੀ ਪਿਆਰ? ਫਿਰ ਤੇ ਚੰਗਾ ਸੀ ਨਾ ਉਦੋਂ ਹੀ, ਜਦੋਂ ਹੈ ਕੁਛ ਨਹੀਂ ਸੀ ਕੋਲ, ਬਹਾਨੇ ਨਾਲ ਧਰਮ ਸਥਾਨ ਤੇ ਆ ਜਾਂਦਾ ਸੀ ਰੱਬ ਕੋਲੋਂ, ਭਾਵੇਂ ਮੰਗਣ ਹੀ ਆਉਂਦਾ ਸੀ, ਆ ਤੇ ਜਾਂਦਾ ਸੀ ਨਾ ਰੱਬ ਦੇ ਦਰ ਤੇ। ਅੱਜ ਸਾਰਾ ਕੁਝ ਮਿਲ ਗਿਆ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸੱਜਣਾ ਤੂੰ ਰੱਬ ਕੋਲ ਨਹੀਂ ਆ ਸਕਿਆ। ਇਸੇ ਨੂੰ ਵੇਖ ਕੇ ਸਤਿਗੁਰੂ ਨੇ ਕਿਹਾ ਸੀ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਆਈ ਜੇ ਸੁਖ ਜਿਹੜੇ ਰੋਗ ਬਣ ਜਾਂਦੇ, ਆਈ ਜੇ ਜਿਹੜੀਆਂ ਚੀਜ਼ਾਂ ਸਾਨੂੰ ਰੱਬ ਵਾਲੇ ਪਾਸੇ ਤੋਂ ਰੋਕ ਲੈਂਦੀਆਂ, ਇਸੇ ਨੂੰ ਮਾਇਆ ਕਹਿੰਦੇ। ਸਾਨੂੰ ਵਸਤੂ ਕੀ ਮਿਲੀ, ਪਦਾਰਥ ਕੀ ਮਿਲਿਆ, ਸਾਨੂੰ ਵੱਧ ਕੇ ਚੜ ਕੇ ਜਾਣਾ ਚਾਹੀਦਾ ਸੀ, ਉਹ ਬਹੁਤ ਉਤਸ਼ਾਹ ਨਾਲ ਪਹੁੰਚਣਾ ਚਾਹੀਦਾ ਸੀ ਧਰਮ ਸਥਾਨ ਤੇ, ਅਸੀਂ ਤੇ ਪਹੁੰਚਣੋਂ ਵੀ ਹਟ ਗਏ। ਜਿਵੇਂ ਜਿਵੇਂ ਤਰੱਕੀ ਕਰਦੇ ਗਏ, ਤਿਵੇਂ ਤਿਵੇਂ ਸਾਡੀ ਲਾਈਫ ਬਿਜ਼ੀ ਹੁੰਦੀ ਗਈ, ਜਿਵੇਂ ਜਿਵੇਂ ਜ਼ਿੰਦਗੀ ਬਿਜ਼ੀ ਹੁੰਦੀ ਗਈ, ਤਿਵੇਂ ਤਿਵੇਂ ਬੰਦਾ ਕਹਿੰਦਾ ਗਿਆ ਮੇਰੇ ਕੋਲ ਸਮਾਂ ਹੀ ਹੈ ਨਹੀਂ। ਸੱਜਣਾ ਜੇ ਤੇਰੇ ਕੋਲ ਧਰਮ ਕਮਾਉਣ ਦਾ ਸਮਾਂ ਨਹੀਂ ਨਾ, ਤੇ ਖਿਮਾ ਕਰਿਓ ਮੈਂ ਬਚਨ ਵਰਤਨ ਲੱਗਿਆ, ਤੈਨੂੰ ਇਨਸਾਨ ਖਵਾਉਣ ਦਾ ਹੱਕ ਵੀ ਨਹੀਂ ਹੈ। ਕਾਹਦਾ ਇਨਸਾਨ ਤੋਂ? ਜਿਹੜੇ ਕਾਰਜ ਵਾਸਤੇ ਆਇਆ ਸੀ ਤੇਰੇ ਕੋਲ ਉਹ ਕਾਰਜ ਕਰਨ ਜੋਗਾ ਹੀ ਸਮਾਂ ਨਹੀਂ, ਤੇ ਤੈਨੂੰ ਕੌਣ ਆਖੇਗਾ ਤੂੰ ਇਨਸਾਨ ਹੈ? ਇਸ ਲਈ ਬਾਬਾ ਫਰੀਦ ਜੀ ਕਹਿੰਦੇ, ਭਾਈ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ ਕੇ ਸੁੱਟ ਦਿਓ ਸਿਰ, ਜਿਹੜਾ ਕਦੇ ਸਾਈਂ ਅੱਗੇ ਝੁਕਿਆ ਹੀ ਨਹੀਂ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਮਾਲਕ ਕਹਿੰਦੇ ਵੀ ਜਿਹੜਾ ਸਿਰ ਸਾਈਂ ਅੱਗੇ ਨਿਵਿਆ ਹੀ ਨਹੀਂ, ਉਹਨੂੰ ਕਰਨਾ ਕੀ ਹੈ? ਉਹ ਤੇ ਬਸ ਐਵੇਂ ਇੱਕ ਢਾਂਚਾ ਹੀ ਚੁੱਕਿਆ ਹੋਇਆ ਨਾ। ਜਿਹੜੀ ਵਸਤੂ ਸਾਡੇ ਕੋਲ ਹੈ, ਜੇ ਅਸੀਂ ਉਸ ਵਸਤੂ ਦਾ ਲਾਭ ਨਹੀਂ ਖੱਟਦੇ, ਉਸ ਵਸਤੂ ਤੋਂ ਕੰਮ ਨਹੀਂ ਲੈਂਦੇ, ਉਹ ਵਸਤੂ ਦਾ ਫਾਇਦਾ ਕੀ ਸਾਨੂੰ? ਜਿਵੇਂ ਸੌਖਾ ਜਿਹਾ ਮੈਂ ਪੱਖ ਰੱਖਦੇ ਹਾਂ, ਸਾਡੇ ਕੋਲ ਇੱਕ ਪੈਨ ਹੈ, ਉਹ ਪੈਨ ਨਾਲ ਅਸੀਂ ਲਿਖਣਾ, ਸਿਗਨੇਚਰ ਕਰਨੇ, ਜਾਂ ਕੁਝ ਵੀ ਕਿਸੇ ਕਾਰਜ ਵਾਸਤੇ ਅਸੀਂ ਉਹ ਵਰਤਣਾ, ਉਹ ਜੇਬ 'ਚ ਟੰਗਿਆ। ਜਦੋਂ ਕਿਤੇ ਪੈਨ ਨੂੰ ਵਰਤਣ ਦੀ ਵਾਰੀ ਆ ਰਹੀ ਤੇ ਅਸੀਂ ਤਲੀਆਂ ਅੱਡਦੇ ਫਿਰੀਏ ਵੀ ਭਾਈ ਪੈਨ ਦਿਓ, ਮੇਰੇ ਕੋਲ ਪੈਨ ਹੀ ਨਹੀਂ, ਤੇ ਅਗਲਾ ਪਾਕਟ ਵੱਲ ਵੇਖ ਕੇ ਕਹੇਗਾ ਨਾ ਜੇਬ 'ਚ ਤੇ ਟੰਗੀ ਫਿਰਦਾ, ਤੇ ਅਸੀਂ ਕਹੀਏ ਵੀ ਨਹੀਂ ਮੈਂ ਚਲਾਉਣਾ ਨਹੀਂ ਹੈ, ਮੈਂ ਤੇ ਤੇਰੇ ਕੋਲੋਂ ਲੈ ਕੇ ਹੀ ਵਰਤਣਾ, ਤੇ ਫਿਰ ਜੇਬ 'ਚ ਟੰਗਣ ਦਾ ਫਾਇਦਾ ਕੀ? ਜੇ ਮੰਗ ਕੇ ਹੀ ਵਰਤਣਾ ਤੇ ਫਿਰ ਪਾਕਟ ਵਿੱਚ ਰੱਖਣ ਦਾ ਪੈਨ ਫਾਇਦਾ ਕੀ ਹੈ? ਫਿਰ ਤੇ ਨਾ ਵੀ ਰੱਖ, ਜਦੋਂ ਤੈਨੂੰ ਪਤਾ ਵੀ ਤੂੰ ਮੰਗ ਕੇ ਹੀ ਕਰਨਾ ਕੰਮ, ਮੰਗ ਕੇ ਹੀ ਸਹਾਰਨਾ ਹੈ, ਤੇ ਫਿਰ ਪਾਕਟ ਵਿੱਚ ਰੱਖਣ ਦਾ ਤੇ ਲਾਭ ਹੀ ਕੋਈ ਨਹੀਂ। ਤੇ ਸੱਜਣਾ ਜੇ ਰੱਬ ਨੇ ਸਿਰ ਦੇਤਾ, ਹੁਣ ਤੇਰੇ ਕੋਲ ਸਿਰ ਹੈ, ਇਹ ਸਿਰ ਦਿੱਤਾ ਤੈਨੂੰ ਰੱਬ ਅੱਗੇ ਝੁਕਾਉਣ ਵਾਸਤੇ, ਸਿਰ ਦਿੱਤਾ ਤੈਨੂੰ ਰੱਬ ਅੱਗੇ ਨਿਵਾਉਣ ਵਾਸਤੇ, ਤੇ ਜੇ ਇਹ ਸਿਰ ਨੇ ਰੱਬ ਅੱਗੇ ਨਿਵਣਾ ਹੀ ਨਹੀਂ, ਬਾਬਾ ਫਰੀਦ ਜੀ ਕਹਿੰਦੇ ਫਿਰ ਕਰਨਾ ਕੀ ਇਹਦਾ ਤੂੰ? ਇਹ ਸਿਰ ਦਾ ਕਰਨਾ ਕੀ ਹੈ? ਇਹ ਸਿਰ ਲੈ ਕੇ ਕਾਹਦੇ ਵਾਸਤੇ ਆਇਆ ਜਦੋਂ ਤੂੰ ਰੱਬ ਅੱਗੇ ਝੁਕਣਾ ਹੀ ਨਹੀਂ? ਤੈਨੂੰ ਸਿਰ ਦਿੱਤਾ ਸੀ ਰੱਬ ਅੱਗੇ ਨਿਵਾਉਣ ਵਾਸਤੇ, ਜਦੋਂ ਰੱਬ ਅੱਗੇ ਨਿਵਾਇਆ ਹੀ ਨਹੀਂ, ਫਿਰ ਤੇ ਉਹ ਪਾਕਟ ਵਿੱਚ ਟੰਗੇ ਪੈਨ ਦੇ ਬਰਾਬਰ ਹੀ ਹੈ। ਇਹਦੂ ਤੇ ਨਾ ਹੀ ਟੰਗ, ਇਹਦੂ ਤੇ ਸਿਰ ਨਾ ਹੀ ਮਿਲਦਾ ਤੈਨੂੰ, ਕਿਉਂਕਿ ਤੂੰ ਕਿਹੜਾ ਨਿਵਾਉਣਾ। ਤੇ ਫਿਰ ਬਾਬਾ ਫਰੀਦ ਜੀ ਨੇ ਆਖਿਆ ਸੀ ਜਿਹੜਾ ਨਹੀਂ ਨਿਵਦਾ ਨਾ, ਉਹਨੂੰ ਹੁਣ ਹੈ ਤੇ ਉਹ ਕਿਸੇ ਕੰਮ ਦਾ ਨਹੀਂ ਸਿਰ ਨਾ, ਜਿਸ ਕੰਮ ਵਾਸਤੇ ਮਿਲਿਆ ਜਦੋਂ ਕੰਮ ਹੀ ਨਹੀਂ ਕਰਨਾ ਤੇ ਉਹਨੂੰ ਕੱਢ ਕੇ ਫਿਰ ਬਾਹਰ ਰੱਖ ਦੇ, ਪੈਨ ਨੂੰ ਪਾਕਟ ਚੋਂ ਕੱਢ ਕੇ ਬਾਹਰ ਰੱਖ ਦੇ। ਜਿਹੜਾ ਸਿਰ ਰੱਬ ਅੱਗੇ ਨਿਵਣਾ ਹੀ ਨਹੀਂ, ਉਹਨੂੰ ਲਾ ਦੇ ਕਹਿੰਦੇ ਬਾਲਣ ਵਿੱਚ, ਹੋਰ ਕੁਛ ਨਹੀਂ, ਅੱਗ ਬਾਲਣ ਦੇ ਕੰਮ ਤੇ ਆਏਗਾ ਨਾ।
ਤੂੰ ਪੈਨ ਨਹੀਂ ਵਰਤਣਾ, ਪਾਕਟ ਚੋਂ ਕੱਢ ਕੇ ਘਰੇ ਰੱਖ ਦੇ ਸੱਜਣਾ, ਕੋਈ ਹੋਰ ਵਰਤ ਲੇਗਾ। ਪਾਕਟ 'ਚ ਟੰਗੀ ਫਿਰਦਾ, ਨਾ ਤੂੰ ਵਰਤਣਾ ਨਾ ਕਿਸੇ ਨੂੰ ਵਰਤਣ ਦੇਣਾ। ਸਿਰ ਤੈਨੂੰ ਰੱਬ ਨੇ ਦੇਤਾ, ਤੂੰ ਰੱਬ ਅੱਗੇ ਝੁਕਾਉਣਾ ਕੋਈ ਨਹੀਂ। ਜੇ ਇਹਨੂੰ ਰੱਬ ਅੱਗੇ ਝੁਕਾਉਣਾ ਹੀ ਨਹੀਂ, ਇਹਨੂੰ ਬਾਲਣ ਦੀ ਥਾਂ ਲਾ ਦੇ, ਹੋਰ ਕਿਸੇ ਕੰਮ ਨਹੀਂ। ਅੱਗ ਤੇ ਬਲੇ, ਇੱਕ ਵਕਤ ਦੀ ਰੋਟੀ ਸਬਜ਼ੀ ਤੇ ਬਣੇ। ਆ ਅੱਜ ਦਾ ਉਪਦੇਸ਼ ਜੇ ਬਾਬਾ ਫਰੀਦ ਜੀ ਦਾ ਸਿਰ ਨੂੰ ਲੈ ਕੇ, ਕਿਉਂਕਿ ਸੀਸ ਦਾ ਕੰਮ ਹੀ ਇਹ ਹੈ, ਝੁਕ ਜਾਣਾ। ਤੇ ਜਿਹੜਾ ਆਕੜ ਗਿਆ ਨਾ, ਉਹ ਤੇ ਹੈ ਹੀ ਬਾਲਣ। ਤੇ ਬਾਲਣ ਦਾ ਕੰਮ ਕੀ ਹੈ? ਚੁੱਲ੍ਹੇ ਤੇ ਹੇਠਾਂ ਲਾ ਦੇਣਾ। ਕੁੰਨੇ ਲਫ਼ਜ਼ ਵਰਤਿਆ ਜਾਂਦਾ ਹਾਂਡੀ ਦੇ ਲਈ। ਹਾਂਡੀ ਦੇ ਹੇਠਾਂ ਰੱਖ ਦੇ, ਅੱਗ ਬਲੇਗੀ। ਅੱਗ ਬਲੇਗੀ ਤੇ ਹਾਂਡੀ ਵਿਚਲਾ ਪਦਾਰਥ ਪੱਕੇਗਾ। ਜੇ ਦੁੱਧ ਰੱਖਿਆ ਤੇ ਉਹਨੂੰ ਉਬਾਲਾ ਆਏਗਾ, ਜਾਂ ਕੋਈ ਹੋਰ ਵਸਤੂ ਰੱਖੀ ਤੇ ਉਹ ਬਣ ਜੇਗੀ। ਤੇ ਸੱਜਣਾ ਤੂੰ ਐਵੇਂ ਭਾਰ ਚੁੱਕੀ ਫਿਰਦਾ, ਜਦੋਂ ਫਾਇਦਾ ਹੀ ਨਹੀਂ। ਇੱਕ ਆਪਾਂ ਨਾ, ਕਿਉਂਕਿ ਸੀਸ ਜਿਹੜਾ ਨਾ, ਇਹਦੀ ਮਹਾਨਤਾ ਬਹੁਤ ਹੈ, ਪਰ ਉਦੋਂ ਜਦੋਂ ਰੱਬ ਅੱਗੇ ਨਿਵ ਜਾਂਦਾ, ਉਦੋਂ ਪਹਿਲੋਂ ਨਹੀਂ। ਉਦੋਂ ਪਹਿਲੋਂ ਤੇ ਆਹ ਹਾਲਤ ਹੈ। ਉਸ ਤੋਂ ਪਹਿਲੋਂ ਜਿੰਨਾ ਚਿਰ ਇਹ ਸੀਸ ਰੱਬ ਅੱਗੇ ਨਿਵਦਾ ਨਹੀਂ, ਰੱਬ ਅੱਗੇ ਨਾ ਨਿਵਣ ਤੋਂ ਪਹਿਲਾਂ ਤੇ ਹਾਲਤ ਇਹਦੀ ਬਾਲਣ ਵਰਗੀ ਹੈ। ਬਾਬਾ ਫਰੀਦ ਜੀ ਨੇ ਇਹਨੂੰ ਬਾਲਣ ਆਖਿਆ। ਜਿਹੜਾ ਸੀਸ ਨਿਵਿਆ ਨਹੀਂ, ਉਹ ਕੀ ਹੈ? ਬਾਲਣ। ਜਦੋਂ ਨਿਵ ਗਿਆ ਫਿਰ ਇਹ ਸੀਸ ਪ੍ਰਵਾਨ ਹੋ ਜਾਂਦਾ, ਫਿਰ ਇਹ ਸੀਸ ਸਫਲ ਹੋ ਜਾਂਦਾ। ਫਿਰ ਇਹ ਸਿਰ ਜਿਹੜਾ ਨਿਵ ਗਿਆ, ਸੀਸ ਜਿਹੜਾ ਝੁਕ ਗਿਆ, ਉਹਦਾ ਮੁੱਲ ਵੱਧ ਜਾਂਦਾ ਹੈ। ਤੇ ਇੱਕ ਪੱਖ ਸਾਨੂੰ ਇਹ ਵੀ ਸਮਝਾਇਆ ਜਾਂਦਾ ਕਿ ਸਿਰ ਝੁਕਾਉਣ ਲੱਗਿਆਂ ਝੁਕਾਈ ਇੱਕ ਅਕਾਲ ਪੁਰਖ ਅੱਗੇ ਹੀ, ਥਾਂ ਥਾਂ ਤੇ ਵੀ ਨਾ ਝੁਕਾਉਂਦਾ ਫਿਰੀ। ਸਤਿਗੁਰੂ ਜੀ ਦੀ ਬਾਣੀ ਜਿੱਥੇ ਪ੍ਰੇਰਨਾ ਦਿੰਦੀ ਨਾ, ਸਾਨੂੰ ਪ੍ਰੇਰਿਤ ਕਰਦੀ। ਮਾਲਕ ਜੀ ਨੇ ਤਾਂ ਬਾਣੀ ਚ ਆਖਿਆ ਵੀ ਮੈਂ ਕਿਸੇ ਹੋਰ ਦਰਵਾਜ਼ੇ ਤੇ ਜਾ ਕੇ ਬਹਿਣਾ ਨਹੀਂ, ਤੇਰੇ ਦਰ ਤੇ ਝੁਕਿਆ ਤੇ ਇੱਥੇ ਹੀ ਝੁਕਿਆ ਰਹਿਣਾ, ਤੇਰੇ ਦਰ ਨਾਲ ਜੁੜਿਆ ਤੇ ਇੱਥੇ ਹੀ ਜੁੜਿਆ ਰਹਿਣਾ, ਮੈਂ ਕਿਸੇ ਹੋਰ ਦਰ ਤੇ ਜਾਣਾ ਨਹੀਂ। ਜੇ ਭੇਜਣਾ ਤੇ ਫਿਰ ਮੈਂ ਤੈਨੂੰ ਇਹੀ ਆਖਾਂਗਾ ਵੀ ਤੂੰ ਜਾਨ ਕੱਢ ਲਾ, ਇੰਨਾ ਪ੍ਰਵਾਨ ਹੈ। ਪਰ ਅਸੀਸ ਮੈਂ ਕਿਸੇ ਹੋਰ ਥਾਂ ਤੇ ਨਹੀਂ ਝੁਕਾਉਣਾ। ਸਿਰ ਵੱਢ ਲਾ, ਵੱਢਿਆ ਜਾਏਗਾ, ਕੋਈ ਚਿੰਤਾ ਨਹੀਂ, ਪਰ ਮੈਂ ਸੀਸ ਤੇਰੇ ਅੱਗੇ ਝੁਕਾਇਆ, ਪਰ ਕਿਸੇ ਹੋਰ ਅੱਗੇ ਹੁਣ ਮੈਂ ਝੁਕਾਉਣਾ ਨਹੀਂ ਹੈ। ਤੇ ਦੂਜਾ ਪੱਖ ਸਾਨੂੰ ਇੱਕ ਵਿਦਵਾਨ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦਾ ਵੀ ਜਿਸ ਦਰ ਪੇ ਕੋਈ ਸਰ ਨਾ ਝੁਕੇ ਉਸੇ ਦਰ ਨਹੀਂ ਕਹਤੇ, ਜੋ ਸਰ ਦਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਉਹ ਸਿਰ ਅਖਵਾਉਣ ਦੇ ਕਾਬਲ ਨਹੀਂ ਹੈ ਜਿਹੜਾ ਦਰ ਦਰ ਤੇ ਝੁਕਦਾ ਫਿਰੇ। ਤੇ ਜਿਸ ਦਰ ਤੇ ਕੋਈ ਸਿਰ ਨਾ ਝੁਕੇ ਉਹਨੂੰ ਕਦੇ ਦਰ ਦਾ ਨਾਮ ਨਹੀਂ ਦਿੱਤਾ ਜਾਂਦਾ। ਉਹ ਕਾਹਦਾ ਦਰ ਜਿੱਥੇ ਆ ਕੇ ਕੋਈ ਨਿਵੇ ਹੀ ਨਹੀਂ। ਤੇ ਸਭ ਤੋਂ ਵੱਡਾ ਦਰ ਉਹੀ ਜੇ ਜਿੱਥੇ ਆ ਕੇ ਸਾਰੀ ਦੁਨੀਆ ਝੁਕਦੀ ਹੈ, ਤੇ ਉਹੀ ਦਰ ਹੈ ਸਾਡੇ ਸੀਸ ਝੁਕਾਉਣ ਦੇ ਕਾਬਲ, ਵੀ ਸਾਡਾ ਸਿਰ ਵੀ ਉੱਥੇ ਹੀ ਝੁਕੇ। ਇਤਿਹਾਸ ਇਸ ਗੱਲ ਦੀ ਗਵਾਹੀ ਸਮੇਂ-ਸਮੇਂ ਤੇ ਭਰਦਾ ਰਿਹਾ। ਬੜਿਆਂ ਨੇ ਝੁਕਾਉਣਾ ਚਾਹਿਆ, ਕਿੱਥੇ ਨਿਵਿਆ ਸਿਰ ਸਾਡਾ। ਗੁਰੂ ਦਾ ਥਾਪੜਾ ਹੋਵੇ ਪਿੱਠ ਤੇ ਸਿੱਖ ਦਾ ਸਿਰ ਕਿਸੇ ਹੋਰ ਅੱਗੇ ਝੁਕ ਜਾਏ, ਇਹ ਕਿਵੇਂ ਹੋ ਸਕਦਾ ਹੈ? ਗੁਰੂ ਨੇ ਕੋਲੋਂ ਬਖਸ਼ਿਸ਼ ਦਿੱਤੀ ਹੋਵੇ ਤੇ ਮੈਂ ਸਿਰ ਗੁਰੂ ਅੱਗੇ ਝੁਕਾ ਦਿੱਤਾ ਹੋਵੇ, ਸਿਰ ਗੁਰੂ ਨੂੰ ਅਰਪਣ ਕਰਤਾ ਹੋਵੇ, ਤੇ ਸਿਰ ਨੂੰ ਗੁਰੂ ਨੇ ਪ੍ਰਵਾਨ ਕਰ ਲਿਆ ਹੋਵੇ, ਤੇ ਉਹ ਸਿਰ ਫਿਰ ਮੈਂ ਕਿਸੇ ਹੋਰ ਅੱਗੇ ਝੁਕਾਦਾ, ਮੈਨੂੰ ਸ਼ੋਭਾ ਨਹੀਂ ਦਿੰਦਾ। ਆ ਸਾਡਾ ਗੁਰੂ ਅੱਗੇ ਆ ਕੇ ਸਿਰ ਨਿਵਾਉਣ ਦਾ ਮਤਲਬ ਹੀ ਇਹ ਹੈ ਵੀ ਸਤਿਗੁਰੂ ਅਸੀਂ ਆ ਤੇਰੇ ਅੱਗੇ ਅਰਪਣ ਕੀਤਾ, ਤੇ ਅਸੀਂ ਅਰਪਣ ਕਰਕੇ ਫਿਰ ਚੁੱਕ ਲਈਦਾ, ਚੁੱਕ ਕੇ ਫਿਰ ਲਈ ਫਿਰਦੇ ਆ ਵੀ ਹੁਣ ਮੈਂ ਜਿੱਥੇ ਫਿਰ ਜੀ ਕਰੇਗਾ ਉੱਥੇ ਝੁਕਾ ਦਾਂਗਾ। ਗੱਲ ਤੇ ਇਹ ਸੀ ਵੀ ਸੱਜਣਾ ਇੱਕ ਦਾ ਹੋ ਕੇ ਰਹਿ ਜਾ,
ਇੱਕ ਦਰ ਦਾ ਬਣ ਕੇ ਰਹਿ ਜਾ। ਜਿਸ ਦਰ ਤੇ ਝੁਕ ਗਿਆ ਉੱਥੇ ਝੁਕਿਆ ਰਹਿ। ਫਿਰ ਵੱਡਿਆ ਤੇ ਭਾਵੇਂ ਜਾਈ, ਦਰਵਾਜ਼ਾ ਕਿਸੇ ਹੋਰ ਤੇ ਆਪਣਾ ਸਿਰ ਨਾ ਝੁਕਾਈ। ਤੇ ਸਾਡਾ ਜਿੰਨਾ ਇਤਿਹਾਸ ਹੈ ਸਾਰਾ ਇਸੇ ਫਕਰ ਨਾਲ, ਪ੍ਰਾਊਡ ਨਾਲ ਭਰਿਆ ਪਿਆ ਵੀ ਅਸੀਂ ਸਿਰ ਵਡਵਾ ਲਏ, ਆਪਣੇ ਆਪ ਨੂੰ ਚਿਰਵਾ ਲਿਆ, ਪੁੱਠੀਆਂ ਖੱਲਾਂ ਤੱਕ ਲਵਾ ਲਈਆਂ, ਆਪਣੇ ਆਪ ਨੂੰ ਸੜਵਾ ਤੱਕ ਲਿਆ, ਬੰਦ ਤੱਕ ਕਟਵਾ ਲਿਆ, ਪਰ ਸਿਰ ਨਹੀਂ ਕਿਸੇ ਅੱਗੇ ਝੁਕਣ ਦਿੱਤਾ। ਜੇ ਸਿਰ ਹੀ ਨਿਭ ਜਾਂਦਾ ਫਿਰ ਤੇ ਗੱਲ ਹੀ ਸਾਰੀ ਖਤਮ ਸੀ, ਫਿਰ ਤੇ ਸ਼ਹਾਦਤਾਂ ਦੀ ਬਾਤ ਹੀ ਕੋਈ ਨਹੀਂ ਸੀ। ਉਹ ਤੇ ਸ਼ਹੀਦ ਕਰਨ ਵਾਲੇ ਇੱਥੋਂ ਤੱਕ ਉਤਰੇ ਆਏ। ਉਹ ਤੁਸੀਂ ਕੋਈ ਇੱਕ ਅੱਧਾ ਹੀ ਸਿਰ ਝੁਕਾ ਦਿਓ, ਕੋਈ ਇੱਕ ਪਰਸਨ ਕੇ ਸਿਰ ਨਵਾ ਕੇ, ਸਿਰ ਝੁਕਾ ਕੇ ਕਹਿ ਦਿਓ ਵੀ ਸਾਨੂੰ ਤੁਹਾਡਾ ਸਾਰਾ ਕੁਝ ਪ੍ਰਵਾਨ ਹੈ, ਇਹ ਕਹਿਣ ਜੋਗੇ ਉਹਦੇ ਹੋ ਜਾਣਗੇ ਨਾ ਵੀ ਗੁਰੂ ਕਾ ਇੱਕ ਸਿੱਖ ਸਾਡੇ ਅੱਗੇ ਝੁਕ ਗਿਆ। ਪਰ ਇੱਕ ਵੀ ਨਹੀਂ ਸੀ ਝੁਕਿਆ। ਅਗਲਿਆਂ ਨੂੰ ਚਿੰਤਾ ਬਣ ਗਈ ਸੀ ਵੀ ਸਾਡੇ ਅੱਗੇ ਇੱਕ ਵੀ ਨਹੀਂ ਝੁਕਣ ਨੂੰ ਤਿਆਰ, ਤੇ ਅਸੀਂ ਕੀ ਵਿਖਾਉਣਾ ਤੇ ਕੀ ਆਖਾਂਗੇ ਅਸੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਉਹ ਇੱਕ ਬੱਚਾ ਫੜਿਆ ਜਾਂਦਾ ਨਾ 18 ਸਾਲਾਂ ਦਾ, ਫਰਖਸ਼ੀਰ ਜਦੋਂ ਫੜਦਾ ਤੇ ਉਹ ਫਰਖਸ਼ੀਰ ਫੜ ਕੇ ਕੀ ਕਹਿੰਦਾ, ਉਹਦੀ ਮਾਂ ਦੌੜੀ ਜਾਂਦੀ ਵੀ ਇਹਨੂੰ ਛੱਡ ਦਿਓ, ਸਿੱਖ ਨਹੀਂ ਹੈ। ਬੜੀ ਛੇਤੀ ਲਿਖ ਕੇ ਦੇ ਦਿੰਦਾ ਵੀ ਜਾ ਕੇ ਜੱਲਾਦਾਂ ਨੂੰ ਕਹਿ ਦੇ, ਜੇ ਬੱਚਾ ਤੇਰਾ ਆਪਣੇ ਮੂੰਹੋਂ ਕਹਿ ਦੇ ਵੀ ਮੈਂ ਸਿੱਖ ਨਹੀਂ ਆ, ਛੱਡ ਦਾਂਗੇ। ਕਿੱਡੀ ਹੈਰਾਨੀ ਦੀ ਗੱਲ ਹੈ। ਫਰਖਸ਼ੀਰ ਨੇ 1 ਮਿੰਟ ਤੋਂ ਪਹਿਲਾਂ ਲਿਖ ਕੇ ਦੇਤਾ ਵੀ ਆਹ ਲੈ ਮੈਂ ਤੈਨੂੰ ਲਿਖ ਕੇ ਦਿੰਨਾ, ਜਾ ਕੇ ਜੱਲਾਦਾਂ ਨੂੰ ਪਕੜਾ ਦੇ, ਤੇਰਾ ਪੁੱਤ ਆਪਣੇ ਮੂੰਹੋਂ ਮੰਨ ਜੇ ਵੀ ਸਿੱਖ ਨਹੀਂ ਆ, ਛੱਡ ਦਾਂਗੇ, ਬਖਸ਼ ਦਾਂਗੇ ਜਾਣ। ਚਲੇਗੀ ਵਾਰੀ ਵੀ ਉਸੇ ਦੀ, ਅਗਲਿਆਂ ਫੜ ਕੇ ਬਾਹ ਤੋਂ ਪਾਸੇ ਕਰਤਾ ਵੀ ਤੂੰ ਸਿੱਖ ਨਹੀਂ ਹੈ ਭਾਈ, ਤੇਰੀ ਮਾਂ ਕਹਿੰਦੀ। ਖੜ ਗਿਆ, ਕਹਿੰਦਾ ਨਹੀਂ, ਮੇਰੇ ਨਾਲ ਦੇ ਸ਼ਹੀਦ ਹੋਏ, ਮੈਂ ਖੜਾ, ਮੇਰੀ ਵਾਰੀ ਹੈ, ਮੈਨੂੰ ਸ਼ਹੀਦ ਕਰੋ। ਤੇ ਉਹ ਕਹਿੰਦੇ ਵੀ ਤੂੰ ਸਿੱਖ ਹੀ ਨਹੀਂ ਹੈ। ਕਹਿੰਦਾ ਤੁਹਾਨੂੰ ਕਿੰਨੇ ਕਿਹਾ, ਵੇਖੋ ਮੈਂ 5 ਕਕਾਰ ਵੀ ਤਾਰਨ ਕੀਤੇ, ਸਿਰ ਤੇ ਮੇਰੇ ਦਸਤਾਰ ਬੰਨੀ ਹੈ, ਚਿਹਰੇ ਤੇ ਮੇਰੇ ਦਾੜਾ ਆ ਰਿਹਾ, ਉਮਰ 18 ਕੁ ਸਾਲਾਂ ਦੀ, ਦਾੜਾ ਪੁੰਗਰ ਰਿਹਾ, ਤੁਹਾਨੂੰ ਕਿਹੜੇ ਪਾਸੋਂ ਲੱਗਦਾ ਮੈਂ ਸਿੱਖ ਨਹੀਂ ਆ? ਆ ਵੇਖੋ ਤੇੜ ਕਸ਼ਹਿਰਾ ਮੇਰੇ ਪਾਇਆ, 5 ਕਕਾਰ ਤੁਸੀਂ ਆਪਣੇ ਹੱਥਾਂ ਦੇ ਨਾਲ, ਕਿਉਂਕਿ ਕਕਾਰ ਆਮ ਕਰਕੇ ਜਦੋਂ ਸਿੱਖ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਉਤਾਰ ਦਿੰਦੇ ਸਨ, ਕਕਾਰ ਉਤਾਰ ਦਿੱਤੇ ਜਾਂਦੇ ਸੀ, ਕਿਰਪਾਨ ਉਤਾਰ ਦੇਣ, ਕਿਉਂਕਿ ਚਿੰਤਾ ਤੇ ਇਹ ਸੀ ਨਾ ਵੀ ਆਹ ਜਿਹੜੀ ਕਿਰਪਾਨ ਇਹਨਾਂ ਪਾਈ, ਕਿਤੇ ਇਸੇ ਕਿਰਪਾਨ ਨਾਲ ਸਾਡੇ ਖਿਲਾਫ ਕਿਤੇ ਫੇਰ ਨਾ ਮੋਰਚਾ ਲਾ ਕੇ ਬਹਿ ਜਾਣ। ਆ ਜਿਹੜੀ ਕਿਰਪਾਨ ਇਹਨਾਂ ਦੇ ਗਾਤਰੇ 'ਚ ਕਿਸੇ ਇਸੇ ਕਿਰਪਾਨ ਨਾਲ ਸਾਡੇ ਕਿਤੇ 2-4 ਹੋਰ ਨਾ ਮਾਰ ਜਾਣ, ਜਿਹਦੇ ਕਰਕੇ ਉਹ ਸਭ ਤੋਂ ਪਹਿਲਾਂ ਕਕਾਰ ਹੀ ਉਹਨਾਂ ਦੇ ਤਨ ਤੋਂ ਦੂਰ ਕਰਦੇ ਸੀ। ਉਹ ਕਹਿੰਦਾ ਵੀ ਤੁਸੀਂ ਆਪਣੇ ਹੱਥਾਂ ਨਾਲ ਮੇਰੇ ਕਕਾਰ ਲਾਏ, ਹੁਣ ਮੇਰੀ ਵਾਰੀ ਤੇ ਤੁਸੀਂ ਸ਼ਹੀਦ ਨਹੀਂ ਕਰ ਰਹੇ, ਕਰੋ। ਕਹਿੰਦਾ ਤੇਰੀ ਮਾਂ ਕਹਿੰਦੀ ਤੂੰ ਸਿੱਖ ਨਹੀਂ ਹੈ। ਅਗਲਾ ਮਾਂ ਨੂੰ ਕਹਿੰਦਾ ਵੀ ਮਾਂ ਤੈਨੂੰ ਪਤਾ ਮੈਂ ਸਿੱਖ ਹਾਂ ਤੇ ਤੂੰ ਕਿਉਂ ਕਹਿ ਰਹੀ ਹੈ? ਉਹ ਵੀ ਕਹਿੰਦੀ ਵੀ ਪੁੱਤਰਾ ਤੂੰ ਇੱਕ ਵਾਰੀ ਕਹਿ ਦੇ ਸਿੱਖ ਨਹੀਂ ਆ, ਘਰ ਜਾ ਕੇ ਫੇਰ ਅੰਮ੍ਰਿਤਪਾਨ ਕਰ ਲਈ, ਫਿਰ ਸਿੱਖ ਬਣ ਜਾ। ਤੇ ਸੱਚਮੁੱਚ ਜਦੋਂ ਇਸ ਤਰ੍ਹਾਂ ਦਾ ਇਤਿਹਾਸ ਪੜ੍ਹਦੇ ਆ ਨਾ, ਫਕਰ ਮਹਿਸੂਸ ਹੁੰਦਾ ਤੇ ਹੈਰਾਨਗੀ ਵੀ ਹੁੰਦੀ ਵੀ ਇੰਨੀ ਦ੍ਰਿੜਤਾ, ਇੰਨਾ ਵਿਸ਼ਵਾਸ। ਉਹ 18 ਸਾਲਾਂ ਦਾ ਇਹ ਕਹਿ ਸਕਦਾ ਵੀ ਮੈਂ ਸਿੱਖ ਹਾਂ, ਤੂੰ ਮੇਰੀ ਮਾਂ ਨਹੀਂ ਹੈ, ਤੂੰ ਮੇਰੀ ਮਾਂ ਨਹੀਂ, ਕਿਉਂਕਿ ਮੇਰੀ ਮਾਂ ਨੇ ਤੇ ਮੈਨੂੰ ਆਪ ਸਿੱਖ ਬਣਾਇਆ ਹੈ, ਤੂੰ ਮੇਰੀ ਮਾਂ ਹੀ ਨਹੀਂ ਹੋ ਸਕਦੀ ਜਿਹੜੀ ਇਹ ਆ ਕੇ ਕਹਿ ਰਹੀ ਵੀ ਤੂੰ ਕਹਿ ਦੇ ਮੈਂ ਸਿੱਖ ਨਹੀਂ ਆ। ਫਰਕ ਮੈਂ ਜਿਹੜਾ ਪੱਖ ਰੱਖਣਾ ਉਹ ਇਹ ਰੱਖਣਾ ਚਾਹੁੰਦਾ, ਫਰਖਸ਼ੀਰ ਨੇ ਲਿਖ ਕੇ ਇਹ ਦਿੱਤਾ ਸੀ, ਇਸ ਕਰਕੇ ਦਿੱਤਾ ਸੀ ਵੀ ਕੱਲ ਨੂੰ ਅਸੀਂ ਸਮਾਜ 'ਚ ਕਹਿਣ ਜੋਗੇ ਹੋਵਾਂਗੇ ਵੀ ਇੱਕ ਸਿੱਖ ਨੇ ਆਪਣਾ ਧਰਮ ਤਬਦੀਲ ਕਰ ਲਿਆ, ਬਦਲ ਲਿਆ ਡਰ ਕੇ ਉਹਨੇ ਧਰਮ, ਕਿਉਂਕਿ ਫੜਿਆ ਤੇ ਉਹ ਸਿੱਖਾਂ ਦੀ ਗਿਣਤੀ 'ਚ ਹੀ ਗਿਆ ਨਾ, ਭਾਵੇਂ ਉਹ ਸਨਾਤਨ ਧਰਮ ਦਾ ਹੁੰਦਾ, ਕਿਸੇ ਹੋਰ ਧਰਮ ਦਾ ਹੁੰਦਾ, ਪਰ ਉਸ ਵਕਤ ਉਹਦੀ ਮਾਂ ਆ ਕੇ ਇਹੀ ਕਹਿ ਰਹੀ ਨਾ ਵੀ ਉਹ ਸਿੱਖ ਨਹੀਂ ਹੈ, ਤੇ ਉਹ ਲਿਖ ਕੇ ਵੀ ਦੇ ਰਿਹਾ ਵੀ ਉਹ ਜਾ ਕੇ ਪਕੜਾ ਦਿਓ। ਜੇ ਉਹ ਮੰਨ ਜਾਂਦਾ ਨਾ ਬੱਚਾ ਤੇ ਕਹਿ ਸਕਦੇ ਸਾਂ ਵੀ ਉਸ ਵਕਤ ਢੰਡੋਰਾ ਇਹੋ ਪਟਵਾਇਆ ਜਾਣਾ ਸੀ ਵੀ ਆਹ ਵੇਖੋ ਜੀ ਇੱਕ ਸਿੱਖ ਨੇ ਡਰ ਕੇ ਧਰਮ ਤਬਦੀਲ ਕਰ ਲਿਆ। ਪਰ ਉੱਥੇ ਖੜੋਤਾ ਇਹੋ ਕਹਿੰਦਾ ਨਹੀਂ ਮੈਂ ਸ਼ਹਾਦਤ ਦਾ ਜਾਮ ਹੀ ਪੀਣਾ, ਮੈਂ ਧਰਮ ਨਹੀਂ ਛੱਡਣਾ, ਸਿਰ ਕਿਸੇ ਹੋਰ ਅੱਗੇ ਨਿਵਾਉਣਾ ਹੀ ਨਹੀਂ। ਜਦੋਂ ਝੋਕਾ ਆਈ ਗੁਰੂ ਗੋਬਿੰਦ ਸਿੰਘ ਅੱਗੇ ਦਿੱਤਾ, ਇੱਕ ਮੈਂ ਪੱਖ ਹੋਰ ਰੱਖ ਕੇ ਸਮਾਪਤੀ ਵੱਲ ਆ ਜਾਣਾ, ਜਾਂ ਤੇ ਇਹ ਮੰਨ ਲਈਏ ਵੀ ਜਿਸ ਦਰ ਤੇ ਅਸੀਂ ਸਿਰ ਝੁਕਾਇਆ ਹੈ ਉਹ ਸਮਰੱਥ ਨਹੀਂ ਹੈ, ਫਿਰ ਤੇ ਕਿਸੇ ਹੋਰ ਦਰ ਅੱਗੇ ਸਿਰ ਝੁਕਾਉਣਾ ਸਾਡਾ
ਬਣਦਾ ਹੈ ਵੀ ਸਾਨੂੰ ਲੋੜ ਹੈ ਜੀ ਕਿਸੇ ਉਸ ਦਰ ਤੇ ਸਿਰ ਝੁਕਾਉਣ ਦੀ ਜਿਹੜਾ ਸਮਰੱਥ ਹੋਵੇ। ਜਾਂ ਤੇ ਇਹ ਮੰਨ ਲਈਏ, ਤੇ ਜੇ ਇਹ ਮੰਨਦੇ ਆ ਵੀ ਜਿਸ ਦਰ ਤੇ ਮੈਂ ਝੁਕਿਆ ਉਹ ਸਰਬ ਕਲਾ ਸਮਰੱਥ ਹੈ, ਉਸ ਦਰ ਤੋਂ ਕੋਈ ਐਸੀ ਦਾਤ ਨਹੀਂ ਜਿਹੜੀ ਨਹੀਂ ਮਿਲਦੀ, ਤੇ ਕਮੀ ਹੈ ਉਸ ਦਰ ਤੇ ਕੋਈ, ਜੇ ਮੈਂ ਮੰਗਾਂ ਤੇ ਮੇਰੀ ਝੋਲੀ ਨਹੀਂ ਭਰਦੀ, ਫਿਰ ਤੇ ਕਿਸੇ ਦੂਜੇ ਦਰ ਤੇ ਮੈਂ ਝੁਕਾਂ, ਬਣਦਾ ਵੀ ਹੈ। ਪਰ ਜਦੋਂ ਸਭ ਕੁਝ ਇੱਥੋਂ ਮਿਲ ਜਾਣਾ, ਸਰਬ ਕਲਾ ਸਮਰੱਥ ਦਰ ਤੇ ਮੈਂ ਝੁਕਿਆ, ਫਿਰ ਕਿਸੇ ਹੋਰ ਦਰ ਤੇ ਝੁਕ ਜਾਣਾ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਜਦੋਂ ਮੈਂ ਕਲਗੀਧਰ ਸਾਹਿਬ ਅੱਗੇ ਸਿਰ ਝੁਕਾ ਹੀ ਦਿੱਤਾ, ਵੇਖੋ ਨਾ ਇਤਿਹਾਸ ਪੜ੍ਹ ਕੇ, ਸਤਿਗੁਰੂ ਪਾਤਸ਼ਾਹ ਸਿੱਖਾਂ ਦੀ ਪਰਖ ਕਰਨ ਲਈ ਸੀਸ ਨਹੀਂ, ਕੇਵਲ ਤੀਰ ਨਾਲ ਦਾਦੂ ਦੀ ਸਮਾਧ ਤੇ ਨਮਸਕਾਰ ਕਰਦੇ ਨੇ, ਤੇ ਖਾਲਸਾ ਪੰਥ ਇਕੱਠਾ ਹੋ ਕੇ ਕਹਿੰਦਾ ਵੀ ਤੁਸੀਂ ਤਨਖਾਹੀਏ ਹੋ। ਤੇ ਗੁਰੂ ਗੋਬਿੰਦ ਸਿੰਘ ਨੇ ਦੂਜਾ ਸਵਾਲ ਨਹੀਂ ਕੀਤਾ ਵੀ ਮੈਂ ਗੁਰੂ ਹਾਂ। ਮਾਲਕ ਨੂੰ ਖਾਲਸੇ ਨੇ ਹੁਕਮ ਕੀਤਾ, ਸਤਿਗੁਰੂ ਨੇ ਸਿਰ ਮੱਥੇ ਪ੍ਰਵਾਨ ਕੀਤਾ ਵੀ ਲਓ, ਕੀ ਤਨਖਾਹ ਲਾਉਂਦੇ ਹੋ। ਐਵੇਂ ਨਹੀਂ ਸੀ ਸਤਿਗੁਰੂ ਨੇ ਆਪਣੇ ਖਾਲਸੇ ਪ੍ਰਤੀ ਕਹਿਤਾ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਆ ਖਾਲਸੇ ਦਾ ਜੀਵਨ ਸੀ। ਇੱਕ ਅੱਗੇ ਝੁਕਿਆ ਤੇ ਉਸੇ ਦਰ ਤੇ ਝੁਕਣਾ, ਤੇ ਸਤਿਗੁਰੂ ਦੀ ਉਹ ਤੀਰ ਨਾਲ ਕੀਤੀ ਹੋਈ ਨਮਸਕਾਰ ਤੇ ਖਾਲਸਾ ਤਨਖਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਲਾਉਂਦਾ ਹੈ, ਤੇ ਮਾਲਕ ਨੂੰ ਫਕਰ ਹੁੰਦਾ ਵੀ ਨਹੀਂ, ਹੁਣ ਮੇਰਾ ਖਾਲਸਾ ਤਿਆਰ ਹੈ, ਕਿਸੇ ਹੋਰ ਅੱਗੇ ਝੁਕਦਾ ਨਹੀਂ। ਕਿੱਡੀ ਹੈਰਾਨਗੀ ਦੀ ਬਾਤ ਹੈ। ਤੇ ਅੱਜ ਬਾਬਾ ਫਰੀਦ ਜੀ ਕਹਿ ਰਹੇ, ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਜਿਹੜਾ ਰੱਬ ਅੱਗੇ ਹੀ ਸਿਰ ਨਹੀਂ ਝੁਕਿਆ, ਤੂੰ ਉਹਨੂੰ ਕਰਨਾ ਕੀ ਹੈ? ਉਹ ਤੇ ਇਉਂ ਕਰ, ਕੁੰਨੇ ਹੇਠ ਜਲਾਈਏ ਬਾਲਣ ਸੰਧੈ ਥਾਏ, ਉਹ ਬਾਲਣ ਦੀ ਥਾਂ ਬਾਲ ਦੇ, ਕਿਉਂਕਿ ਸਿਰ ਦਾ ਫਾਇਦਾ ਕੋਈ ਨਹੀਂ। ਗੁਰੂ ਕਿਤੇ ਰਹਿਮਤ ਕਰੇ, ਸਾਨੂੰ ਸਭਨਾਂ ਨੂੰ ਅਕਾਲ ਪੁਰਖ ਨੇ ਬੜੀ ਸੁੰਦਰ ਕਾਇਆ ਤੇ ਸਾਰੇ ਸਰੀਰਕ ਅੰਗ ਦੇ ਕੇ ਉਹਨੇ ਨਵਾਜਿਆ। ਪਹਿਲੀ ਤੇ ਇਹੀ ਸ਼ੁਕਰਾਨੇ ਵਾਲੀ ਬਾਤ ਵੀ ਉਹਨੇ ਹਰ ਸਰੀਰਕ ਅੰਗ ਦੇ ਕੇ ਨਵਾਜਿਆ, ਕਿਸੇ ਅੰਗ ਤੋਂ ਹੀਣਾ ਨਹੀਂ ਰੱਖਿਆ। ਦੋਵੇਂ ਅੱਖਾਂ, ਦੋਵੇਂ ਕੰਨ ਉਹਨੇ, ਜ਼ੁਬਾਨ, ਨੱਕ, ਦੋਵੇਂ ਹੱਥ, ਦੋਵੇਂ ਪੈਰ ਉਹਨੇ ਦਿੱਤੇ, ਸੁੰਦਰ ਕਾਇਆ ਦੇ ਕੇ ਨਵਾਜਿਆ। ਫਿਰ ਉਹਨੇ ਕਿਸੇ ਪ੍ਰਕਾਰ ਦੀ ਕਮੀ ਉਦਾਂ ਵੀ ਨਹੀਂ ਰੱਖੀ, ਹਰ ਚੀਜ਼ ਉਹਨੇ ਸਾਡੀ ਝੋਲੀ ਚ ਪਾਈ। ਸ਼ੁਕਰਾਨਾ ਫਿਰ ਸਾਡਾ ਬਣਦਾ। ਤੇ ਜੇ ਆ ਸਾਰੀਆਂ ਦਾਤਾਂ ਉਹਨੇ ਦੇ ਕੇ ਨਵਾਜਿਆ ਨਾ, ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਤੇ ਲਾਭ ਲੈਣ ਦੀ ਵੀ ਸਾਨੂੰ ਜਾਚ ਆ ਜਾਏ। ਸੀਸ ਜਿਹੜਾ ਉਸ ਅਕਾਲ ਪੁਰਖ ਨੇ ਦੇ ਕੇ ਨਵਾਜਿਆ, ਇਹ ਸੀਸ ਕਿਤੇ ਉਹਦੇ ਅੱਗੇ ਝੁਕਾਉਣਾ ਆ ਜਾਏ, ਤੇ ਉਹਦੇ ਅੱਗੇ ਝੁਕਾ ਕੇ ਉਹਦੇ ਤੋਂ ਵਾਰਨ ਦੀ ਜਾਚ ਆ ਜਾਏ ਵੀ ਸਤਿਗੁਰੂ ਹੁਣ ਵੱਢਿਆ ਤੇ ਜਾਏਗਾ, ਸੀਸ ਹੇ ਅਕਾਲ ਪੁਰਖ ਜੀ ਕੱਟਿਆ ਤੇ ਜਾਏਗਾ, ਪਰ ਤੇਰੇ ਦਰ ਤੋਂ ਚੁੱਕ ਕੇ ਮੈਂ ਕਿਸੇ ਹੋਰ ਦਰ ਤੇ ਸੀਸ ਝੁਕਾਉਂਦਾ ਨਹੀਂ। ਫਿਰ ਤੇ ਹੈ ਲਾਭਦਾਇਕ, ਇਹ ਸੀਸ ਫਿਰ ਪੂਜਣ ਯੋਗ ਹੈ। ਤੇ ਜੇ ਨਹੀਂ, ਫਿਰ ਬਾਲਣ ਵਾਲੀ ਥਾਂ ਤੇ ਤੈਨੂੰ ਲਾਉਣਾ ਹੀ ਪੈਣਾ ਨਾ। ਇੱਕ ਦਿਨ ਨੇ ਬਲੀ ਜਾਣਾ, ਆਪੇ ਹੀ ਬਲ ਜਾਣਾ, ਜਿੱਦਣ ਮਰ ਗਏ ਉਦਣ ਤੇ ਸੜ ਹੀ ਜਾਣਾ ਨਾ। ਗੁਰੂ ਕਿਤੇ ਰਹਿਮਤ ਕਰੇ, ਉਸ ਅਕਾਲ ਪੁਰਖ ਅੱਗੇ ਸਿਰ ਨਵਾਉਣ ਦੀ ਜਾਚ ਆ ਜਾਏ, ਤੇ ਉਹਦੇ ਤੋਂ ਆਪਣਾ ਆਪਾਂ ਕੁਰਬਾਨ ਕਰਨ ਦੀ ਜਾਚ ਆ ਜਾਏ, ਤੇ ਆਪਣੇ ਜੀਵਨ ਦੇ ਅੰਦਰ ਸਾਨੂੰ ਨੇਮ ਸੰਭਾਲਣ ਦੀ ਜਾਚ ਆ ਜਾਏ, ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਆ ਜਾਏ, ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਅਰਜ਼ੋਈ ਹਰ ਵਕਤ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਭਨਾਂ ਦੀ ਝੋਲੀ ਵਿੱਚ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਪਾਉਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕੀਜੈ ਕਾਇ। ਕੁੰਨੇ ਹੇਠ ਜਲਾਈਐ, ਬਾਲਣ ਸੰਧੈ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।